ਇੱਕ ਓੰਕਾਰ। ਸਤ ਗੁਰ ਪ੍ਰਸਾਦ। जब लो नहीं पहाग लिलारे उदय, तब लो फनते फिरते बहुत आयो। कल कोहर समुद्र में बूढ़त थे, कबहू मिट है नहीं रे पछूतायो। तत् विचार यह मथुरा, जग तारण को अवतार बनायो। जपयो जिन्हें अर्जन देव गुरु, फिर संकट जोन गर्भ न आयो। जपयो जिन्हें अर्जन देव गुरु, फिर संकट जोन गर्भ न आयो। सतनाम वाहिगुरु साहिब जीओ। श्लोक महला पहला। नानक बदरा माल का, भीतर धरियाण। खोटे खरे परखियन, साहिब कै दीवान। नानक बदरा माल का, भीतर धरियाण। खोटे खरे परखियन, साहिब कै दीवान। महला पहला। नावण चले तीरथी, मन खोटै तन चोर। एक पाओ लथी नातियां, दोए पा चढ़ियस होर। बाहर धोती तुमड़ी, अंदर विसनिकोर। साध भले अणनातियां, चोर से चोरा चोर। पौड़ी। आपे हुक्म चलाएंदा, जग तंदै लाया। एक आपे ही आप लायन, गुर ते सुख पाया। दहिं दिस एह मन धावंदा, गुरु ठाक रहाया। नावै नो सब लोच दी, गुरमती पाया। तुर लिखिया मेट न सकीऐ, जो हर लिख पाया। नावै नो सब लोच दी, गुरमती पाया। तुर लिखिया मेट न सकीऐ, जो हर लिख पाया। वाहिगुरु जी का खालसा, वाहिगुरु जी की फतेह। जुगो जुग अटल। धन धन गुरु ग्रंथ साहिब जी, गुरु महाराज जी दी अपरअपार अजमत बख्शिश। शाम समय सी सत्संगत दे पल प्राप्त कीते ने। अजे हुणे आप गुरबाणी कीर्तन सरवण कर रहे सी। अगलेरा समा गुरु शब्द व्याख्या दा है। नाल ही इतिहासक तौर ते तवारीखी परिपेख विच अज दा दिन जून 1984 दे, क्योंकि पहले हफ्ते नूं असीं देखते हाँ कि उस साके दा, उस घल्लूकारे दा अज लगातार नाल 5वां दिन है। सो सिख मनां दे विच इस सारे दे बाबत जो याद, जो एहसास है, वो उन्हां शहीदां नूं नमन करदा आ। वो एहसास है जिहड़ा दसदा आ, जुलम जिड्डा मर्जी वड्डा होए, जबर जिड्डा मर्जी वड्डा होए, सिख अपने गुरु ते अपने गुरु की अकीदत विच कल भी परपक्क सी, अज भी परपक्क है, आउंदे कल भी परपक्क रहेगा। सो इस एहसास नूं
ਅਸੀਂ ਆਪਣੇ ਅੰਦਰ ਜੀਵੰਤ ਰੱਖਦੇ ਹੋਇਆਂ ਉਸ ਸਮੇਂ ਨੂੰ ਯਾਦ ਕਰਦੇ ਹਾਂ। ਬਚਨ ਆਪ ਨੇ ਸ਼ਬਦ ਸਰਵਣ ਕੀਤੇ ਨੇ। ਅਗੇਨ ਸੋਹੀ ਕੀ ਵਾਰ ਦਾ ਇਹ ਬਚਨ ਹੈ। ਗੁਰੂ ਅਮਰਦਾਸ ਸਾਹਿਬ ਦੀ ਪੌੜੀ ਹੈ। ਗੁਰੂ ਨਾਨਕ ਸਾਹਿਬ ਦੁਆਰਾ ਉਚਰਿਤ ਕੀਤੇ ਗਏ ਪਾਵਨ 2 ਸ਼ਲੋਕ ਨੇ ਜੋ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਇੱਕ ਬਚਨ ਅਕਾਲੀ, ਅਲਾਹੀ, ਤੁਰਕਾ, ਰੱਬੀ ਇਹ ਐਡਜੈਕਟਿਵ ਅਸੀਂ ਕਹਿ ਕੇ ਅਕਸਰ ਵੇਖਦੇ ਹਾਂ। ਪਰ ਨਾਲ ਹੀ ਜਦੋਂ ਬਾਣੀ ਨੂੰ ਪੜ੍ਹਨ ਦੀ ਅਤੇ ਸਮਝਣ ਦੀ ਗੱਲ ਆਉਂਦੀ ਹੈ, we try to categorize in 2 areas. One is ਮਹਿੰਗੀ ਬਾਣੀ, ਦੂਸਰੀ ਜੋ ਸਰਲ ਬਾਣੀ। ਸੋ ਮਹਿੰਗੀ ਬਾਣੀ ਜਾਂ ਸਪਸ਼ਟ ਬਾਣੀ। ਮਹਿੰਗੀ ਬਾਣੀ ਉਹ ਹੈ ਜਿਹਦੇ 'ਚ ਬੜੇ ਮੈਟਾਫੋਰਸ ਨੇ, ਜਿਹਦੀ ਲੈਂਗੁਏਜ ਥੋੜ੍ਹੀ ਐਕਸਟਰਾ ਐਫਰਟ ਪਾ ਕੇ ਪੜ੍ਹਨੀ ਪੈਂਦੀ ਹੈ। ਸੋ ਉਸ ਸਾਰੇ ਰੂਪ ਦੇ ਵਿੱਚ ਜਿਹੜਾ ਬਚਨ ਆ ਰਿਹਾ ਹੈ, ਸ਼ਲੋਕ ਮਹੱਲਾ ਪਹਿਲਾ, ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ। ਇਹ ਹੁਣ ਜੇ ਲੈਟਸ ਗੋ ਟੂਵਰਡ ਦਾ ਸਪੈਸੀਫਿਕ ਵਰਡਸ ਔਰ ਲੈਂਗੁਇਸਟਿਕ ਸਾਈਡ। ਬਦਰਾ ਸਾਡੀ ਉੱਥੋਂ ਦੀ ਪੰਜਾਬੀ ਪ੍ਰਾਕ੍ਰਿਤ ਦੀ ਬੋਲੀ ਵਿੱਚ ਤੋੜੇ ਨੂੰ ਵੀ ਕਿਹਾ ਜਾਂਦਾ ਹੈ, ਬੋਰੀ ਨੂੰ ਕਿਹਾ ਜਾਂਦਾ ਹੈ, ਵੱਡਾ ਸਾਰਾ ਕੁਝ ਝੋਲਾ ਜਿਹਨੂੰ ਕਟਾ ਵੀ ਕਹਿ ਦਿੰਦੇ ਨੇ ਕਈ ਵਾਰੀ, ਉਸ ਰੂਪ ਵਿੱਚ ਕਿਹਾ ਜਾਂਦਾ ਹੈ। ਜਦੋਂ ਥੋੜ੍ਹਾ ਜਿਹਾ ਅਸੀਂ ਲਿਟਰਲੀ ਸਾਈਡ 'ਤੇ ਆ ਜਾਂਦੇ ਹਾਂ, ਫਿਰ ਬਦਰੇ ਦਾ ਮਤਲਬ ਬੱਦਲ ਵੀ ਹੁੰਦਾ ਹੈ, ਬਾਦਲ। ਹੁਣ ਇਹ ਦੋਨੋਂ ਜਿਹੜੀਆਂ ਚੀਜ਼ਾਂ ਨੇ ਐਕਚੁਅਲ ਲੈਵਲ 'ਤੇ ਇਟਸ ਏ ਕਾਈਂਡ ਆਫ ਸਪੇਸ ਆਫ ਸਟੋਰੇਜ। ਕਿਸੇ ਚੀਜ਼ ਨੂੰ ਸਟੋਰ ਕਰਨ ਦਾ ਇੱਕ ਸਪੇਸ ਜਿਹੜਾ ਆ, ਉਹਦੇ ਨਾਲ ਇਹਦੀ ਵਾਬਸਤਗੀ ਹੈ। ਇੱਥੇ ਬਚਨ ਆ ਰਿਹਾ ਨਾਨਕ ਬਦਰਾ ਮਾਲਕਾ। ਹੁਣ ਮਾਲ ਜੇ ਤਾਂ ਸਿੱਧੀ ਮੋਟੀ ਤਰੀਕੇ ਦੀ ਭਾਸ਼ਾ 'ਚ ਬਾਤ ਕੀਤੀ ਜਾਏ ਤੇ ਭਾਈ ਫਲਾਣੇ ਬੰਦੇ ਕੋਲ ਬੜਾ ਮਾਲ ਹੈ, ਭਾਈ ਫਲਾਣਾ ਤਾਂ ਮਾਲਾ ਮਾਲ ਹੋ ਗਿਆ ਭਾਈ। ਹੁਣ ਇਹ ਮਾਲ ਦਾ ਮਤਲਬ ਅਸੀਂ ਸਿੱਧੇ ਤੌਰ 'ਤੇ ਵੈਲਥ ਦੇ ਨਾਲ, ਸਿੱਧੇ ਤੌਰ 'ਤੇ ਜਿਹੜੇ ਸਾਡੇ ਐਸੈਟਸ ਨੇ ਉਹਨਾਂ ਦੇ ਨਾਲ ਅਸੀਂ ਰਿਲੇਟ ਕਰਦੇ ਹਾਂ। ਪਰ ਗੁਰਬਾਣੀ ਦੇ ਵਿੱਚ ਜਦੋਂ ਮਾਲ ਦੀ ਗੱਲ ਆਉਂਦੀ ਹੈ ਜਾਂ ਡਾਇਰੈਕਟਲੀ ਧਨ ਦੀ ਗੱਲ ਵੀ ਆਉਂਦੀ ਹੈ, ਅਸੀਂ ਹੁਕਮਨਾਮੇ ਦੇ ਕਈ ਵਾਰੀ ਬਚਨ ਵਿਚਾਰੇ ਨੇ, ਕਾਚਾ ਧਨ ਸੰਚੈ ਮੂਰਖ ਗਵਾਰ, ਸਾਚਾ ਧਨ ਗੁਰਮਤਿ ਪਾਏ। ਹੁਣ ਇੱਕ ਪਾਸੇ ਕੱਚਾ ਧਨ ਹੈ, ਇੱਕ ਪਾਸੇ ਸੱਚਾ ਧਨ ਹੈ। ਧਨ ਤੇ ਧਨ ਹੈ। ਕਈ ਵਾਰੀ ਐਗਜ਼ਾਮਪਲ ਕਰਨ ਦੀ ਟਰਾਈ ਕਰਦਾ ਕਿ ਸਪੋਜ਼ ਤੁਸੀਂ ਕਿਤੇ ਸਟਾਰਬਕਸ 'ਤੇ ਜਾਓ ਜਾਂ ਕਿਸੇ ਹੋਰ ਸ਼ਾਪ ਦੇ ਉੱਤੇ ਤੁਸੀਂ ਕੁਝ ਫੂਡ ਬਾਏ ਕਰਨਾ ਆ, ਤੁਸੀਂ ਕੁਝ ਆਪਣੇ ਟੇਸਟ ਅਕੋਰਡਿੰਗਲੀ, ਆਪਣੀ ਲੋੜ ਅਕੋਰਡਿੰਗਲੀ ਕੁਝ ਆਰਡਰ ਕੀਤਾ ਹੈ। ਤੁਹਾਡੇ 18, 17, 16 ਜਾਂ $19 ਬਣੇ ਨੇ। ਤੁਸੀਂ ਉਸਨੂੰ $20 ਦਾ ਇੱਕ ਬਿੱਲ ਦਿੰਦੇ ਹੋ ਅਤੇ ਜੋ ਕੈਸ਼ੀਅਰ ਆ ਜੋ ਤੁਹਾਨੂੰ ਅਟੈਂਡ ਕਰ ਰਿਹਾ ਉੱਥੇ, ਡੈਫੀਨੇਟਲੀ ਉਹਦਾ ਕੋਈ ਬਿਜ਼ਨਸ ਨਹੀਂ ਹੈਗਾ ਤੁਹਾਨੂੰ ਇਹ ਪੁੱਛਣ ਦਾ ਕਿ ਹਾਊ ਡਿਡ ਯੂ ਅਰਨ ਦਿਸ ਮਨੀ। ਹੁਣ ਇਹ ਜੋ ਕੁਐਸਚਨ ਪੁੱਛਦਾ ਆ, ਦੈਟ ਇਜ਼ inappropriate and as well as it's totally illegal in this society. What's your business? You cannot ask me how I earned it and how actually I had it. Just you want some money, I'm paying you. So ਇਹ ਰੂਪ ਜਿਹੜਾ ਇੱਥੇ ਪਤਾ ਲੱਗਾ ਧਨ ਤੇ ਧਨ ਹੈ। ਉਹ ਜਿਹੜਾ ਬਿੱਲ ਆ, ਹਾਂ ਉਹਦਾ ਇਹ ਹੋ ਸਕਦਾ ਕਿ ਉਹ ਫੇਕ ਨਾ ਹੋਏ, ਡੁਪਲੀਕੇਟ ਨਾ ਹੋਏ। ਜੇ ਉਹ ਓਰੀਜਨਲ ਆ, ਜੇ ਉਹ ਮਤਲਬ ਵਰਥ ਆ ਉਸ ਰੂਪ ਦੇ ਵਿੱਚ, ਤੇ ਉਹ ਭਾਈ ਉਹ ਲਏਗਾ ਉਸ ਤਰੀਕੇ ਨਾਲ। ਫਿਰ ਕੱਚਾ ਧਨ ਕਿਹੜਾ ਹੋਇਆ? ਇਹਦੇ ਵਿੱਚ ਰੋਕੜ ਦੇ ਸਿੱਧੇ ਤੌਰ 'ਤੇ ਜਾਂ ਸਰਮਾਏ ਦੀ ਸਿੱਧੇ ਤੌਰ 'ਤੇ ਗੱਲ ਨਹੀਂ ਆ ਰਹੀ। ਬੁਨਿਆਦੀ ਤੌਰ 'ਤੇ ਗੱਲ ਇਹ ਹੈ ਬੰਦੇ ਦੇ ਅੰਦਰ ਦਾ ਧਨ ਕਿਹੜਾ ਆ। ਹੁਣ ਸਭ ਨੂੰ ਵਕਤ ਬਾ ਵਕਤ ਮੌਕੇ ਬਣਦੇ ਨੇ ਇਹੋ ਜਿਹੇ ਕੰਮ ਕਰਨ ਦੇ ਜਿਹਦੇ ਨਾਲ ਉਹ ਬੇਈਮਾਨੀ ਕਰ ਸਕਦੇ, ਝੂਠ ਬੋਲ ਸਕਦੇ, ਠੱਗੀ ਕਰ ਸਕਦੇ।
ਕਿਸੇ ਨੂੰ ਧੋਖਾ ਦੇ ਸਕਦੇ, ਕਿਸੇ ਦਾ ਹੱਕ ਮਾਰ ਸਕਦੇ, ਡਾਇਰੈਕਟਲੀ ਵੀ ਚੋਰੀ ਕਰ ਸਕਦੇ, ਇਨਡਾਇਰੈਕਟਲੀ ਵੀ, ਜਿਹਨੂੰ ਕਹਿ ਲਓ ਕਿਸੇ ਦੇ ਨਾਲ ਫਰੋਡ ਕਰਨਾ, ਇਹੋ ਜਿਹਾ ਕਰ ਸਕਦੇ। ਹੁਣ ਜਦੋਂ ਬੰਦਾ ਇਹ ਸੋਚਦਾ ਹੈ ਕਿ ਓਕੇ ਉਹਨੂੰ ਸਿਰਫ ਧਨ ਦਿਸਦਾ ਆ, ਉਹਨੂੰ ਇਹ ਨਹੀਂ ਦਿਸਦਾ ਕਿ ਇਹਦਾ ਕਮਾਉਣ ਦਾ ਤਰੀਕਾ ਠੀਕ ਨਹੀਂ ਗਾ, ਕੱਚਾ ਧਨ ਹੈ। ਇੱਥੇ ਮਨੁੱਖ ਦਾ ਧਰਮ, ਧਨ ਕਮਾਉਣ ਦਾ ਧਰਮ ਟੁੱਟ ਰਿਹਾ ਹੈ। ਇਹ ਜਿਹੜੀ ਚੀਜ਼ ਆ, ਇਹ ਕੌਨਸ਼ੀਅਸ ਲੈਵਲ 'ਤੇ ਬੰਦੇ ਦੇ ਅੰਦਰ, ਬੰਦੇ ਨੂੰ ਅਵੇਅਰ ਰੱਖੇ। ਇਹ ਸਰਮਾਇਆ, ਇਹ ਮਾਲ, ਇਹ ਦੌਲਤ, ਇਹ ਖਰੀਦੀ ਨਹੀਂ ਜਾ ਸਕਦੀ, ਇਹ ਬਖਸ਼ਿਸ਼ ਹੈ। ਤੇ ਜੇ ਦੇਖਿਆ ਜਾਏ ਮਤਲਬ ਲੌਂਗ ਰਨ ਦੇ ਵਿੱਚ ਬੰਦੇ ਦਾ ਸਹੀ ਤਰੀਕੇ ਨਾਲ ਧਨ ਕਮਾਉਣਾ, ਵਾਜਬ ਤਰੀਕੇ ਨਾਲ ਧਨ ਕਮਾਉਣਾ, ਵੈਨ ਆਮ ਸੇਇੰਗ ਸਹੀ ਐਂਡ ਵਾਜਬ, ਇਹਦੇ 'ਤੇ ਲੋਕਾਂ ਦੇ ਆਪਣੇ ਫਲਸਫੇ ਵੀ ਹੈਗੇ ਨੇ। ਕਮਿਊਨਿਸਟ ਲੋਕ ਇੱਕ ਡਿਫਰੈਂਟ ਤਰੀਕੇ ਨਾਲ ਐਕਸਪਲੇਨ ਕਰਦੇ ਨੇ, ਜੋ ਬਿਲਕੁਲ ਕੰਪਲੀਟਲੀ ਜਿਹਨੂੰ ਕਹਿ ਲਓ ਕਿ ਕੈਪੀਟਲਿਸਟ ਸੋਸਾਇਟੀ ਵਾਲੇ ਨੂੰ ਆਪਣੇ ਤਰੀਕੇ ਨਾਲ ਬਿਆਨ ਕਰਦੇ ਨੇ। ਜੇ ਤੁਸੀਂ ਮੇਰੇ ਤੋਂ ਪੁੱਛਦੇ ਹੋ ਗੁਰਮਤਿ ਆਸ਼ਾ ਨੂੰ ਸਮਝਦਿਆਂ ਹੋਇਆਂ, ਗੁਰਮਤਿ ਆਸ਼ਾ ਇੱਕ ਸੋਸ਼ਲ ਡੈਮੋਕ੍ਰੇਸੀ ਜਾਂ ਸੋਸ਼ਲ ਵੈਲਫੇਅਰ ਜਾਂ ਵੈਲਬੀਇੰਗ ਦੀ ਗੱਲ ਕਰਦਾ ਹੈ। ਸੁਸਾਇਟੀ ਨੂੰ ਅੰਗੇਜ ਕਰਨਾ, ਉਹਦੇ ਵਿੱਚ ਸੋਸ਼ਲ ਨੀਡ ਨੂੰ ਐਡਰੈਸ ਕਰਨਾ, ਇਕੱਲੇ ਦੁਕੱਲੇ ਦੀ ਨਹੀਂ, ਸਾਰਿਆਂ ਦੀ ਨੀਡ ਨੂੰ ਇੱਕੋ ਲੈਵਲ 'ਤੇ ਦੇਖਣਾ। ਅਤੇ ਇਹਦੇ ਲਈ ਤੁਸੀਂ ਸਾਰੇ ਇਕਨੋਮਿਕ ਸਟਰਕਚਰ ਨੂੰ ਕਿਸੇ ਇੱਕ ਮਾਫੀਏ ਦੇ ਹਵਾਲੇ ਨਹੀਂ ਕਰ ਸਕਦੇ, ਜਿਵੇਂ ਕਮਿਊਨਿਸਟ ਮੁਲਕਾਂ ਦੇ ਵਿੱਚ ਹੋਇਆ ਅਤੇ ਕਮਿਊਨਿਜ਼ਮ ਦੇ ਅੰਡਰ ਹੁੰਦਾ ਆ। ਇੱਥੇ ਨੋ ਡਾਊਟ ਇੱਕ ਕੋਲੈਕਟਿਵ ਐਫਰਟ ਹੋਏਗੀ, ਪਰ ਕ੍ਰਾਈਟੀਰੀਆ ਇੱਕ ਹੈਲਦੀ ਕੰਪੀਟੀਸ਼ਨ ਦਾ ਹੋਏਗਾ, ਸਭ ਚੀਜ਼ਾਂ ਦਾ ਹੋਏਗਾ, ਇੱਕ ਹੈਲਦੀ এনवायरमेंट ਬਿਲਡ ਕਰਨਾ ਹੋਏਗਾ। ਉਹਦੇ 'ਚ ਕੋਈ ਰੂਲ ਸੈੱਟ ਕੀਤਾ ਗਿਆ ਹੈ, ਉਸ ਰੂਲ ਨੂੰ ਕੋਈ ਬੰਦਾ ਆਪਣੀ ਫੇਵਰ ਵਾਸਤੇ, ਆਪਣੀ ਫੈਮਿਲੀ ਦੀ ਫੇਵਰ ਵਾਸਤੇ ਯੂਜ਼ ਕਰ ਰਿਹਾ, ਇਹ ਬੇਈਮਾਨੀ ਉੱਥੇ। ਹਾਂ, ਜੇ ਰੂਲ ਸਾਰਿਆਂ ਨੂੰ ਲੱਗਦਾ ਵੀ ਠੀਕ ਨਹੀਂ ਗਾ ਤੇ ਉਹਦੇ ਚੇਂਜਸ ਕਰਨੇ ਚਾਹੀਦੇ ਨੇ, ਉਹਦੇ ਲਈ ਇੱਕ ਵਾਜਬ ਢੰਗ ਤਰੀਕਾ ਅਪਣਾਇਆ ਜਾਏ। ਇੱਕ ਰੰਗ ਹੋਰ ਲੈ ਲਓ, 1984 ਨੂੰ ਅਸੀਂ ਯਾਦ ਕਰ ਰਹੇ ਹਾਂ। ਇੱਥੇ ਸਿੱਖੀ ਦੇ ਆਸ਼ੇ ਦੇ ਵਿੱਚ ਜਿਹੜੀ ਅਨਾਰਕੀ ਹੈ, ਅਰਾਜਕਤਾ ਆ, ਇਹ ਤੇ ਸਿੱਖੀ ਸਕੂਲ ਆਫ ਥਾਟ ਦਾ ਨਾ ਕਦੇ ਹਿੱਸਾ ਰਿਹਾ ਹੈ, ਨਾ ਕਦੇ ਹਿੱਸਾ ਹੋਏਗਾ। ਮੇਰੇ ਇੱਕ ਮਿੱਤਰ ਹੈਗੇ ਨੇ ਕੈਲਗਰੀ ਦੇ ਵਿੱਚ, ਅਤੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਜੂਨ 84 ਤੋਂ ਬਾਅਦ ਪੰਜਾਬ ਦੇ ਹਾਲਾਤ ਇਹੋ ਜਿਹੇ ਬਣ ਗਏ ਕਿ ਸਟੇਟ ਦੇ ਸਤਾਏ ਹੋਏ ਲੋਕ, ਉਸ ਸਾਰੀ ਜਦੋਂ ਉਹਨਾਂ ਕੋਲ ਕੋਈ ਚਾਰਾ ਹੀ ਨਹੀਂ ਬਚਿਆ, ਨੌਜਵਾਨ ਬੱਚੇ ਚੁੱਕ ਚੁੱਕ ਕੇ ਮਾਰੇ ਗਏ। ਫਿਰ ਬਾਅਦ ਵਿੱਚ ਬੇਨਤੇ ਦਾ ਦੌਰ ਆ ਗਿਆ ਸਾਰਾ, ਉਸ ਨੂੰ ਲੋਕੀ ਕਈ ਵਾਰੀ ਕਾਲਾ ਦੌਰ ਕਹਿੰਦੇ। ਨੋ ਡਾਊਟ ਕਾਲਾ ਦੌਰ ਸੀਗਾ ਭਾਈ, ਅੰਨਾ ਹੋ ਗਿਆ ਸੀ ਦੌਰ, ਕਿਸੇ ਨੂੰ ਕੁਝ ਦਿਸ ਹੀ ਨਹੀਂ ਸੀ ਰਿਹਾ। ਮਤਲਬ ਲਵਾਰਸ਼ ਕਹਿ ਕੇ ਹਜ਼ਾਰਾਂ ਦੀਆਂ ਹਜ਼ਾਰਾਂ, ਪਿੱਛੇ ਕੋਵਿਡ ਕਰਕੇ ਕੁਝ ਬਾਡੀਜ਼ ਦਰਿਆ ਵਿੱਚ ਰੋੜੀਆਂ ਗਈਆਂ, ਬੜੀ ਚਰਚਾ ਹੋਈ ਉਹਦੀ। ਜਿੱਥੇ 25-30 ਹਜ਼ਾਰ ਲਾਸ਼ ਲਵਾਰਸ ਕਹਿ ਕੇ ਫੂਕ ਦਿੱਤੀ ਹੋਏ, ਉੱਥੇ ਵੀ ਤਾਂ ਚਰਚਾ ਹੋਣੀ ਚਾਹੀਦੀ ਹੈ ਨਾ। ਆਪਾਂ ਉਸ ਦਿਨ ਟਰੂਥ ਐਂਡ ਰੀਕਨਸੀਲੀਏਸ਼ਨ ਦੀ ਗੱਲ ਕਰ ਰਹੇ ਸੀਗੇ ਕਿ ਭਾਈ ਇਹਦੇ ਉੱਤੇ ਗੱਲ ਹੋਣੀ ਚਾਹੀਦੀ ਹੈ, ਜਿੱਥੇ ਐਬਰੀਜਨਲ ਲੋਕਾਂ ਦੇ ਨਾਲ ਧੱਕਾ ਹੋਇਆ, ਸਭ ਚੀਜ਼ਾਂ ਹੋਈਆਂ, ਪਰ ਉਸ ਤੋਂ ਬਾਅਦ ਕਿੰਨੇ ਕਮਿਸ਼ਨ ਬਿਠਾਏ ਗਏ। ਅੱਜ ਵੀ ਵੱਡੇ ਲੈਵਲ 'ਤੇ ਗੱਲ ਹੋ ਰਹੀ ਹੈ, ਬਲਕਿ ਉਹ ਚਰਚ ਨੂੰ ਵੀ, ਵੈਟੀਕਨ ਚਰਚ ਨੂੰ ਵੀ ਇਹਦੇ ਵਾਸਤੇ ਰਿਸਪੋਂਸੀਬਲ ਬਿਠਾਉਣ ਵਾਸਤੇ ਹੁਣ ਤਿਆਰ ਨੇ। ਅਤੇ ਉਸ ਪਾਸਿਓ ਇੱਕ ਦੋ ਸਟੇਟਮੈਂਟਸ ਆਈਆਂ ਨੇ, ਪਰ ਉਹ ਕਹਿੰਦੇ ਵੀ ਇਹ ਐਨਫ ਨਹੀਂ ਹੈਗਾ। We need complete and direct apology, and as well as cooperation actually in whole inquiry, so that people can see what is the truth. So ਇਸ ਕਿਸਮ ਦੀ ਬਾਤ ਜਿਹੜੀ ਹੈ ਉਹ ਅੱਜ ਇਹਨਾਂ ਸਮਾਜਾਂ 'ਚ ਹੋ ਰਹੀ। ਸੋ ਉੱਥੇ ਵੀ ਇਹ ਬਾਤ ਹੋਈ ਭਾਈ, ਇਹ ਸਭ ਚੀਜ਼ਾਂ ਕਦੋਂ ਕਿਵੇਂ ਹੋਈਆਂ। ਖੈਰ, ਜਿਹੜੀ ਗੱਲ ਕਰਨ ਲੱਗਾ ਸੀਗਾ ਕਿ ਉਹ ਸੱਜਣ ਕਹਿੰਦੇ ਕਿ ਮੇਰਾ ਇਲਾਕਾ ਬਠਿੰਡੇ ਅਤੇ ਮੁਕਤਸਰ ਵਾਲੇ ਉਸ ਸਾਈਡ ਨੂੰ ਪੈਂਦਾ, ਅਤੇ ਕਹਿੰਦੇ ਮੈਂ ਦੇਖਿਆ ਸਾਈਕਲ ਦੇ ਉੱਤੇ ਦੋ ਯੂਰਪੀਅਨ ਕਪਲ ਹੋਣਾ ਹੈ, ਅਤੇ ਉਹ ਆਪਣਾ ਸਮਾਨ ਬੰਨ੍ਹਿਆ, ਅਤੇ ਉੱਥੇ ਉਹ ਜਿਹੜੀਆਂ ਨਹਿਰਾਂ ਜਾਂਦੀਆਂ ਨੇ ਬਠਿੰਡੇ ਫੀਡਰ ਵਾਲੀਆਂ, ਉਹਨਾਂ ਦੇ ਉੱਤੇ ਉਹ ਪਟੜੀ ਦੇ ਉੱਤੇ ਉਹਨਾਂ ਦੀ ਸਾਈਕਲ ਚਲਾਉਂਦੇ ਹੋਏ ਆਰਾਮ ਨਾਲ ਜਾ ਰਹੇ। ਅਸੀਂ ਉੱਥੇ ਕਹਿੰਦਾ ਆਪਣੇ ਪਸ਼ੂਆਂ ਦੇ ਨਾਲ
ਹੈਗੇ ਆ। ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹ ਪਤਾ ਲੱਗਾ ਕਿ ਯੂਰਪ ਤੋਂ ਨੇ, ਘੁੰਮਣ ਆਏ ਨੇ। ਅਸੀਂ ਉਹਨਾਂ ਨੂੰ ਕੁਝ ਆਫਰ ਕੀਤਾ, ਉਹਨਾਂ ਨੇ ਸਾਡੇ ਨਾਲ ਕੁਝ ਚਾਹ ਵਗੈਰਾ ਪੀਤੀ, ਬੜਾ ਵਧੀਆ ਮਾਹੌਲ ਹੋਇਆ। ਅਖੀਰ ਗੱਲ ਇਹ ਹੋਈ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਤੁਹਾਨੂੰ ਡਰ ਨਹੀਂ ਲੱਗਦਾ ਕਿ ਤੁਸੀਂ ਇਹੋ ਜਿਹਾ ਸਮਾਂ ਕਹਿੰਦੇ ਨੇ, ਇਹੋ ਜਿਹੇ ਹਾਲਾਤ ਬਣ ਗਏ ਨੇ? ਉਹ ਕਹਿੰਦੇ ਨਹੀਂ, ਅਸਲ ਵਿੱਚ ਅਸੀਂ ਵਰਲਡ ਟਰੈਵਲ ਕੀਤਾ ਆ, ਪਰ ਸਾਨੂੰ ਪਤਾ ਆ ਇੱਥੇ ਪਿੰਡਾਂ ਥਾਵਾਂ ਦੇ ਵਿੱਚ, ਘਰਾਂ ਦੇ ਵਿੱਚ ਲੋਕਾਂ ਦੀ ਜ਼ਹਿਨੀਅਤ ਕੈਸੀ ਹੈ। ਜਿਹੜੀ ਜ਼ਹਿਨੀਅਤ ਆ, ਕਿਸੇ ਨੂੰ ਲੁੱਟਣਾ ਨਹੀਂ, ਲੁੱਟਦੇ ਨੂੰ ਬਚਾਉਣਾ ਆ, ਇਹ ਸਿੱਖੀ ਹੈ। ਸਿੱਖ ਸੰਸਕਾਰਾਂ ਦਾ ਨਾਂ ਆ। ਇਹ ਸੰਸਕਾਰ ਸਾਡੇ ਅੰਦਰ ਦਾ ਮਾਲ ਹੈ। ਸਿੱਖ ਉਦੋਂ ਨਹੀਂ ਮਰੇਗਾ ਜਦੋਂ ਕੋਈ ਟੈਂਕ ਲੈ ਕੇ ਚੜ੍ਹ ਕੇ ਆਏਗਾ ਸਾਡੇ ਦਰਬਾਰ ਸਾਹਿਬ ਨੂੰ ਢਾਣ ਵਾਸਤੇ। ਸਿੱਖ ਉਦੋਂ ਨਹੀਂ ਮਰੇਗਾ ਜਦੋਂ ਕੋਈ ਸਾਡੇ ਉੱਤੇ ਫਾਇਰ ਖੋਲ੍ਹੇਗਾ। ਸਿੱਖ ਉਦੋਂ ਨਹੀਂ ਮਰੇਗਾ ਜਦੋਂ ਕੋਈ ਦਰਬਾਰ ਸਾਹਿਬ ਦੀ ਇਮਾਰਤ ਢਾਹ ਕੇ ਤੇ ਉੱਥੇ ਪਏ ਹੋਏ ਸਾਰੇ ਸਮਾਨ ਨੂੰ, ਸਾਰੇ ਨੂੰ ਲੁੱਟ ਕੇ ਆਪਣੇ ਘਰਾਂ 'ਚ ਲੈ ਕੇ ਜਾਏਗਾ। ਦੇ ਡਿਡ ਆਲ ਦੈਟ ਸਟਫ ਦੇਅਰ ਨਾ। ਹਾਂ, ਸਿੱਖ ਉਸ ਦਿਨ ਨਹੀਂ ਬਚੇਗਾ ਜਿਸ ਦਿਨ ਜੋ ਸਾਡੇ ਅੰਦਰ ਦੇ ਸੰਸਕਾਰ ਨੇ ਸੀ ਉਹ ਖਤਮ ਕਰ ਲਏ ਤੇ। ਸੋ ਕਹਿੰਦੇ ਕਿ ਵੀ ਹੈਵ ਵਿਟਨੈਸਡ ਦਿਸ ਇਜ਼ ਦ ਲੈਂਡ ਆਫ ਲਵ। ਇਹ ਕਿਵੇਂ ਹੋਇਆ? ਜਿਹਨੂੰ ਕਿਹਾ ਨਾ ਕਿ ਪੰਜਾਬ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਇਹ ਗੁਰੂ ਦਾ ਨਾਮ ਹੈ। ਸੋ ਅਨਾਰਕੀ ਉਸ ਹਾਲਤ ਵਿੱਚ ਵੀ ਨਹੀਂ, ਉਸ ਹਾਲਤ ਵਿੱਚ ਹੀ ਨਹੀਂ ਕਿ ਬਸ ਫਸਾਦਾਤ ਹੋ ਗਏ ਤੇ ਸਭ ਚੀਜ਼ਾਂ ਹੋ ਗਈਆਂ। ਇਹ ਜਿਹੜੀ ਚੀਜ਼ ਆ, ਸਮਾਜ ਦੇ ਵਿੱਚ ਤਬਦੀਲੀ ਹੋਣੀ ਚਾਹੀਦੀ ਹੈ। ਉਹ ਵਕਤ ਦੇ ਨਾਲ ਲੋੜਾਂ ਬਦਲਦੀਆਂ ਨੇ। ਸਮਾਜ ਦੀਆਂ ਜਿਹੜੀਆਂ ਨੇ ਪੋਲੀਟੀਕਲ ਡਾਇਰੈਕਸ਼ਨਸ, ਇਕਨੋਮਿਕਲ ਡਾਇਰੈਕਸ਼ਨਸ, ਈਵਨ ਸੋਸ਼ਲ ਸੈਟਿੰਗਸ ਤੇ ਸੋਸ਼ਲ ਨਾਰਮਸ ਜਿਹੜੇ ਨੇ ਉਹ ਚੇਂਜ ਹੁੰਦੇ ਨੇ। ਉਹਨਾਂ ਦੇ 'ਚ ਵਕਤ ਬਾ ਵਕਤ ਤਬਦੀਲੀ ਦੀ ਲੋੜ ਹੁੰਦੀ ਹੈ, ਆਵਸ਼ਕਤਾ ਹੁੰਦੀ ਹੈ। ਸੋ ਉਹਦੇ 'ਤੇ ਕੰਮ ਕੀਤਾ ਜਾਏ। ਪਰ ਜੋ ਅੰਦਰ ਦੀ ਦੁਨੀਆ ਆ, ਕੁਝ ਜਿਹਨੂੰ ਅਸੀਂ ਇਨਰ ਇਨਸਟਿੰਕਟ ਕਹਿੰਦੇ ਆ, ਕਾਮਨ ਸੈਂਸ ਕਹਿੰਦੇ ਆ, ਉਹ ਯੂਨੀਵਰਸਲ ਹੈ ਅਤੇ ਉਹ ਹਮੇਸ਼ਾ ਵਾਸਤੇ ਹੈ। ਮੈਂ ਕੁਝ ਅਸੂਲਾਂ ਦੀ ਬਾਤ ਕਰਦਾ ਦੂਜਿਆਂ ਵਾਸਤੇ, ਆਪ ਕਿਸੇ ਅਸੂਲ ਨੂੰ ਨਹੀਂ ਪਾਲ ਰਿਹਾ। ਮੈਂ ਉੱਥੇ ਗੁਨਹਗਾਰ ਹਾਂ। ਜਿਸ ਅਸੂਲ ਨੂੰ ਮੈਂ ਨਹੀਂ ਪਾਲ ਸਕਦਾ ਉਹ ਮੈਂ ਦੂਜਿਆਂ 'ਤੇ ਥੋਪਾਂ, ਭਾਈ ਇਹ ਤਾਂ ਫਿਰ ਗੁਨਾਹਗਾਰੀਅਤ ਹੋ ਗਈ ਨਾ। ਇਹ ਜਿਹੜੀ ਚੀਜ਼ ਆ, ਸਭ ਨੂੰ ਸਮਾਨ ਦੇਖਣਾ, ਇੱਕ ਰੂਪਤਾ 'ਚ ਦੇਖਣਾ, ਮਨੁੱਖ ਦੀ ਜਿਹੜੀ ਰੀਅਲ ਹਿਊਮਨ ਡਿਗਨਿਟੀ ਹੈ ਉਹਦੀ ਰਿਸਪੈਕਟ ਕਰਨੀ, ਇਹ ਸਾਰੀਆਂ ਚੀਜ਼ਾਂ ਸੰਸਕਾਰਾਂ ਦਾ ਨਾਂ ਆ। ਇਹ ਮਾਲ ਹੈ, ਇਹ ਉਹ ਅਸਲ ਦੇ ਵਿੱਚ ਸਰਮਾਇਆ ਹੈ, ਸੋਰਸ ਨੇ। ਅਸਲ ਰੂਪ ਵਿੱਚ ਇਹ ਸਾਡੀ ਵੈਲਥ ਆ। ਗੁਰੂ ਨਾਨਕ ਸਾਹਿਬ ਇੱਥੇ ਬਚਨ ਕਹਿੰਦੇ ਨੇ, ਨਾਨਕ ਬਦਰਾ ਮਾਲ ਕਾ ਭੀਤਰ ਧਰਿਆ ਹਨ। ਇਹ ਕਿ ਇਹ ਜਿਹੜਾ ਭਰਿਆ ਹੋਇਆ ਖਜ਼ਾਨਾ, ਬੱਦਲ ਕਹਿ ਲਓ, ਟਰੈਜਰ ਕਹਿ ਲਓ, ਐਨੀਥਿੰਗ, ਭੀਤਰ ਧਰਿਆ ਹਨ, ਸਾਡੇ ਅੰਦਰ ਧਰਿਆ ਹੈ ਅਤੇ ਸਭ ਵਿੱਚ ਮੌਜੂਦ ਆ। ਅਸੀਂ ਉਹ ਸਾਖੀ ਕਿੰਨੀ ਵਾਰੀ ਪੜ੍ਹੀ ਸੁਣੀ ਹੋਏਗੀ ਜਿਹਦੇ 'ਚ ਕੌਡੇ ਰਾਖਸ਼ ਦੀ ਗੱਲ ਆਉਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਵੈਸੇ ਤਾਂ ਭੀਲ ਸੀਗਾ, ਰਾਖਸ਼ ਤੇ ਉਹਨੂੰ ਇਸ ਕਰਕੇ ਕਿਹਾ ਜਾਂਦਾ ਸੀਗਾ ਕਿ ਉਹ ਬੰਦੇ ਮਾਰ ਕੇ ਖਾ ਜਾਂਦਾ ਹੈ। ਅਤੇ ਕਹਿੰਦੇ ਨੇ ਕਿ ਮਨੁੱਖ ਇੱਕ ਵਾਰੀ, ਜਿਵੇਂ ਸੀਰੀਅਲ ਕਿਲਰਸ ਨੇ ਨਾ ਮੁਲਕਾਂ ਦੇ ਵਿੱਚ, ਆਪਨੇ ਕਈ ਵਾਰੀ ਕੋਈ TV 'ਤੇ ਸ਼ੋਜ਼ ਦੇਖੇ ਹੋਣ ਜਾਂ ਕੁਝ ਇਹੋ ਜਿਹੀਆਂ ਸਟੋਰੀਜ਼ ਫੋਲੋ ਕੀਤੀਆਂ ਹੋਣ, ਅਤੇ ਜਦੋਂ ਇੱਕ ਵਾਰੀ ਇਸ ਤਰੀਕੇ ਨਾਲ ਸ਼ੁਰੂ ਹੋ ਜਾਣ। ਸਾਡੇ ਰੀਸੈਂਟਲੀ ਇੱਥੇ ਟੋਰਾਂਟੋ ਦੇ ਵਿੱਚ ਇੱਕ ਸੀਰੀਅਲ ਕਿਲਰ ਫੜਿਆ ਗਿਆ ਸੀਗਾ, ਖਾਸ ਕਰਕੇ LBGT ਕਮਿਊਨਿਟੀ ਹੈਗੀ, ਉਹਨਾਂ ਨੇ ਬਹੁਤ ਸਾਰੇ ਮੈਂਬਰ ਕਤਲ ਕੀਤੇ ਸੀਗੇ ਉਹਨੇ। ਅਤੇ ਉਹ ਕਰਦਾ ਕੀ ਸੀਗਾ, ਕਤਲ ਕਰਨ ਤੋਂ ਬਾਅਦ ਉਹਨਾਂ ਨੂੰ ਉਹ ਲੈਂਡਸਕੇਪਿੰਗ ਦਾ ਕੰਮ ਕਰਦਾ ਸੀਗਾ ਅਤੇ ਉਹਦੇ ਥੱਲੇ ਉਹਨਾਂ ਦੇ ਬੋਡੀ ਪਾਰਟਸ ਗਮਲਿਆਂ 'ਚ ਪਾ ਕੇ ਉੱਥੇ ਰੱਖ ਦਿੰਦਾ ਸੀ, ਜਾਂ ਉਹਨਾਂ ਨੂੰ ਦੱਬ ਕੇ ਉਹਦੇ ਉੱਤੇ ਬੂਟੇ ਲਾ ਦਿੰਦਾ ਸੀ। ਇਸ ਤਰੀਕੇ ਨਾਲ ਕਾਫੀ ਜਿਹੜਾ ਹੈ ਹਿਊਮਨ ਰਿਮੇਨਸ ਲੱਭੇ ਬਾਅਦ ਦੇ ਵਿੱਚ। ਹੁਣ ਇਹ ਕੀ ਹੈ, ਉਹਨੂੰ ਇਸ ਗੱਲ ਵਿੱਚੋਂ ਰਸ ਆਉਂਦਾ ਸੀ, ਸਵਾਦ ਆਉਂਦਾ ਸੀ। ਇਹ ਅਨਹਿਊਮਨ ਬਿਹੇਵੀਅਰ ਆ, ਇੱਕ ਵਾਰੀ ਡਿਵੈਲਪ ਹੋ ਗਿਆ, ਇਹ ਤੋੜਨਾ ਬਹੁਤ ਮੁਸ਼ਕਿਲ ਹੈ, ਨਾਮੁਮਕਿਨ ਆਲਮੋਸਟ। ਬੰਦਾ ਜਿਹੜਾ ਹੈ ਜਦੋਂ ਇੱਕ ਵਾਰੀ ਦੂਸਰੇ ਬੰਦੇ ਨੂੰ ਕਤਲ ਕਰਨ ਲੱਗ ਜਾਏ ਅਤੇ ਲਗਾਤਾਰ ਕਰਨ ਲੱਗ ਜਾਏ, ਜਾਂ ਇੱਕ ਹੋਰ ਲੈਵਲ 'ਤੇ ਉਹਦਾ ਮਾਸ ਖਾਣ ਲੱਗ ਜਾਏ, ਫਿਰ ਜਿਸ ਤਰੀਕੇ ਦਾ ਹਵਸਗੀਰ ਹੋ ਜਾਂਦਾ ਹੈ,
ਉਹਨੂੰ ਕੋਈ ਨਹੀਂ ਬਚਾ ਸਕਦਾ। ਇਹਦੇ ਬਾਬਤ ਤੁਸੀਂ ਇਸੇ ਸਮੇਂ ਦੇ ਵਿੱਚ ਹੀ ਕੋਹਲੀ ਤੇ ਉਹਦੇ ਨੌਕਰ ਦੀ ਸਟੋਰੀ ਨੋਇਡਾ ਤੋਂ ਸੁਣੀ ਹੋਏਗੀ। ਕਿੰਨੇ ਬੱਚੇ ਪਕੜ ਕੇ ਸ਼ਹਿਰ ਦੇ ਉਹਨਾਂ ਨੇ ਮਾਰੇ, ਕਤਲ ਕੀਤੇ। ਮਤਲਬ ਪਤਾ ਨਹੀਂ ਕਿੰਨੇ ਉੱਥੇ ਜਿਹੜੇ ਨੇ ਬੱਚਿਆਂ ਦੇ ਰਿਮੇਨਸ ਵਗੈਰਾ ਲੱਭੇ ਉਹਦੇ ਪ੍ਰੋਪਰਟੀ ਦੇ ਵਿੱਚੋਂ। ਤੇ ਹੁਣ ਇਹ ਜੇ ਕੌਡੇ ਦੀ ਬਾਤ ਕਰੀਏ ਤੇ ਕੌਡਾ ਭੀਲ ਕਹਿੰਦੇ ਕੰਮ ਕਰਦਾ ਸੀਗਾ, ਤੇ ਉਹਦੇ ਬਾਬਤ ਕਿਹਾ ਜਾਂਦਾ ਜਦੋਂ ਇਹੋ ਜਿਹਾ ਸ਼ਖਸ ਕੋਈ ਹੋਏ ਤਾਂ ਉਹ ਸੁਸਾਇਟੀ ਨਾਸੂਰ ਆ, ਉਹਦਾ ਇੱਕੋ ਹੀ ਇਲਾਜ ਆ ਕਿ ਉਹਨੂੰ ਸਜ਼ਾਏ ਮੌਤ ਦਿੱਤੀ ਜਾਏ, ਕਿਉਂਕਿ ਉਹਦੇ ਅੰਦਰੋਂ ਇਸ ਰਾਖਸ਼ ਨੂੰ ਨਹੀਂ ਮਾਰਿਆ ਜਾ ਸਕਦਾ ਜਿੰਦੇ ਅੰਦਰ ਉਹ ਆਪ ਨਹੀਂ ਮਰਦਾ। ਸੋ ਇਹ ਬਾਤ ਹੋਈ। ਹੁਣ ਕੌਡੇ ਬਾਬਤ ਤੇ ਲੋਕਾਂ ਨੇ ਬਾਤ ਕਹੀ ਸੀਗੀ। ਗੁਰੂ ਨਾਨਕ ਸਾਹਿਬ ਉਸ ਰਾਹ ਤੇ ਤੁਰੇ ਜਾਂਦੇ ਨੇ ਜਿਸ ਰਾਹ ਤੇ ਕੌਡਾ ਆ, ਆਲੇ ਦੁਆਲੇ ਆਵਾਜ਼ ਆਉਂਦੀ, ਲੋਕ ਕਹਿੰਦੇ ਨੇ ਬਾਬਾ ਤੁਸੀਂ ਫਕੀਰ ਲੋਕ ਹੋ, ਤੁਸੀਂ ਇਸ ਪਾਸੇ ਨਾ ਜਾਇਆ ਜੇ। ਉੱਥੇ ਕੌਡਾ ਆ, ਉਹ ਮਾਰ ਦਿੰਦਾ, ਕਤਲ ਕਰ ਦਿੰਦਾ, ਉਹ ਕਤਲ ਕਰਕੇ ਖਾ ਜਾਂਦਾ ਹੈ। ਬਾਬਾ ਜੀ ਕਹਿੰਦੇ ਭਾਈ ਮਰਦਾਨਿਆ ਸਾਨੂੰ ਜ਼ਰੂਰ ਜਾਣਾ ਚਾਹੀਦਾ, ਬਿਮਾਰ ਹੈ ਉਹਨੂੰ ਇਲਾਜ ਦੀ ਲੋੜ ਹੈ, ਨਹੀਂ ਤੇ ਬੰਦੇ ਦਾ ਕਤਲ ਕਿਉਂ ਕਰੇਗਾ। ਮੈਂ ਮਾਫੀ ਮੰਗਾਂਗਾ, ਕਈ ਵਾਰੀ ਅੱਜ ਦੀ ਸਮਾਜਾਂ ਦੇ ਵਿੱਚ ਅਸੀਂ ਦੇਖਦੇ, ਅੱਜ ਦੇ ਸਮਾਜ ਵਿੱਚ ਅਸੀਂ ਦੇਖਦੇ ਹਾਂ ਬੰਦੇ ਨੂੰ ਬੰਦਾ ਲਿਟਰਲੀ ਤੌਰ ਤੇ ਕਤਲ ਤੇ ਨਹੀਂ ਕਰਦਾ, ਪਰ ਜਦੋਂ ਹੱਕ ਪਰਾਇਆ ਨਾਨਕ ਆਉ ਸੂਰ ਉਸ ਗਾਏ, ਜਦੋਂ ਉਹ ਦੂਜੇ ਦਾ ਹੱਕ ਖਾ ਕੇ ਉਹਨੂੰ ਮਾਰਦਾ ਆ, ਇਹ ਵੀ ਤੇ ਕਤਲ ਹੀ ਇੱਕ ਤਰ੍ਹਾਂ ਦਾ। ਸੋ ਇਹ ਕਤਲ ਸਿੱਧਾ ਨਾ ਕਰਕੇ ਇਨਡਾਇਰੈਕਟਲੀ ਇਹੀ ਹੈ। ਸਭ ਕਹਿੰਦੇ ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਡ ਹੱਤਿਆ ਕਮਾਹੇ। ਇਹ ਵੀ ਗਲਵਡ ਹੱਤਿਆ ਕਮਾਉਣੀ ਹੈ, ਕਿਸੇ ਦਾ ਗਲ ਵੱਢ ਦੇਣਾ। ਜੋ ਕਿਰਸਾਨੀ ਨਾਲ ਜੂਝ ਰਹੇ ਲੋਕ ਕਿਰਸਾਨੀ ਦੇ ਹੱਕਾਂ ਲਈ ਉੱਥੇ ਕੀ ਹੈ, ਉਹਨਾਂ ਨੂੰ ਦਿਸ ਰਿਹਾ ਸਾਡੇ ਗਲ ਵੱਢੇ ਜਾ ਰਹੇ ਨੇ। ਉਹ ਜਿਹੜਾ ਉਹ ਆਪਣੇ ਗਲ ਵੱਢਣ ਤੋਂ ਬਚਾਉਣ ਵਾਸਤੇ ਬੈਠੇ ਨੇ ਉੱਥੇ, ਹੋਰ ਕੋਈ ਉਹਨਾਂ ਨੂੰ ਕੋਈ ਪਾਗਲਪਨ ਨਹੀਂ ਹੋਇਆ। ਉਹਨਾਂ ਨੂੰ ਵੀ ਲੱਗਦਾ ਕਿ ਆਖਰਕਾਰ ਉਹਨਾਂ ਨੂੰ ਵੀ ਘਰਾਂ ਦੇ ਵਿੱਚ ਰਹਿਣਾ, ਉਹਨਾਂ ਦੇ ਵਿਆਹ ਸ਼ਾਦੀਆਂ ਹੋਣਗੀਆਂ, ਉਹਨਾਂ ਦੇ ਵੀ ਘਰਾਂ ਦੇ ਕੰਮਕਾਰ ਹੋਣਗੇ ਭਾਈ। ਵਾਈ ਦੇ ਆਰ ਅਸਲੀ ਸਟਰਗਲਿੰਗ ਵਿਦ ਦੈਟ। ਪਰ ਇਹ ਪ੍ਰਵਿਰਤੀ ਹੈ, ਖਾਸ ਕਰਕੇ ਉਹੋ ਜਿਹਾ ਕਾਰਪੋਰੇਟ ਵਰਲਡ ਅਸੀਂ ਡਿਵੈਲਪ ਕੀਤਾ ਪਿਛਲੇ ਕੁਝ ਸਮੇਂ ਦੇ ਵਿੱਚ ਇਕਨੋਮੀ ਦੇ ਇਸ ਮਾਡਲ ਦੇ ਅੰਦਰ, ਜਿਸ ਨੂੰ ਇਹ ਭੁੱਲ ਹੀ ਗਿਆ ਕਿ ਕੁਝ ਨਾ ਕੁਝ ਤੇ ਉਹਦੀ ਜਵਾਬਦੇਹੀ ਹੋਣੀ ਚਾਹੀਦੀ, ਕੁਝ ਨਾ ਕੁਝ ਅਕਾਊਂਟੇਬਿਲਿਟੀ ਤੇ ਕੁਝ ਨਾ ਕੁਝ ਜਿਹੜੀ ਵੈਲਥ ਸ਼ੇਅਰਿੰਗ ਹੈ ਸੋਸਾਇਟੀ ਦੇ ਨਾਲ। ਸਾਰੀ ਸੋਸਾਇਟੀ ਨੂੰ ਲੁੱਟ ਕੇ 2 4 10 ਬੰਦੇ ਸਾਰਾ ਖਾ ਜਾਣਗੇ, ਦੈਟਸ ਨਾਟ ਗੁੱਡ। ਦੇਖ ਸਾਰਿਆਂ ਦੀ ਸਾਂਝੀ ਹੈ। ਖੈਰ, ਜਿਹੜੀ ਮੈਂ ਬੇਨਤੀ ਕਰ ਰਿਹਾ ਸੀ ਉੱਤੇ ਫਿਰ ਦੁਬਾਰਾ ਫੋਕਸ ਕਰੀਏ। ਗੁਰੂ ਨਾਨਕ ਸਾਹਿਬ ਉਸ ਰਾਹ ਤੇ ਤੁਰਦੇ ਤੇ ਉਹ ਕਹਿੰਦੇ ਕਿ ਰਾਹ 'ਚ ਕੌਡਾ ਪੈਂਦਾ ਹੈ ਤੇ ਉਹ ਖਾ ਜਾਂਦਾ ਬੰਦਿਆਂ ਨੂੰ। ਬਾਬਾ ਜੀ ਕਹਿੰਦੇ ਉਹ ਬਿਮਾਰ ਹੈ, ਭਾਈ ਮਰਦਾਨਾ ਜੀ ਉਹਨੂੰ ਇਲਾਜ ਦੀ ਲੋੜ ਹੈ, ਚਲੋ ਚੱਲੀਏ ਉਹਦਾ ਇਲਾਜ ਕਰੀਏ, ਉਹ ਦੁਖੀ ਹੈ। ਹੁਣ ਬਾਬਾ ਜੀ ਉਸ ਰਾਹ ਤੁਰ ਪਏ। ਕੌਡੇ ਨੇ ਦੇਖਿਆ ਚਿੱਟੇ ਦਿਨ ਵਿੱਚ ਕੋਈ ਸ਼ਖਸ ਆ ਰਿਹਾ ਮੇਰੇ ਵੱਲ ਨੂੰ, ਕੀ ਕੀਤਾ ਜਾਏ। ਉਹਨੇ ਕਿਹਾ ਚਲੋ ਗੱਲ ਬਣ ਗਈ, ਇੱਕ ਨਹੀਂ ਦੋ ਨੇ, ਹੈਣ ਵੀ ਚੰਗਾ ਸਰੀਰ ਵਧੀਆ ਆ, ਮਾਰਾਂਗਾ ਖਾਵਾਂਗਾ। ਫਿਰ ਖਿਆਲ ਆਇਆ ਕਿਸੇ ਨੇ ਰੋਕਿਆ ਨਾ ਹੋਏ ਇਹਨਾਂ ਨੂੰ, ਸ਼ਾਇਦ ਨਾ ਰੋਕਿਆ ਹੋਏ ਇਸ ਕਰਕੇ ਆ ਰਹੇ ਨੇ। ਜਦੋਂ ਹੋਰ ਥੋੜ੍ਹਾ ਉਹਨੂੰ ਲੱਗਾ ਕਿ ਹੁਣ ਮੇਰੀ ਮਾਰ ਦੇ ਨੇੜੇ ਨੇ, ਤਾਂ ਉਹਨੇ ਆਪਣਾ ਹਥਿਆਰ ਵਗੈਰਾ ਕੱਢਿਆ ਵੀ ਹੁਣ ਮੈਂ ਕਤਲ ਕਰਾਂਗਾ। ਪਰ ਫਿਰ ਵੀ ਅੰਦਰ ਇੱਕ ਭਾਵ ਸੀਗਾ, ਉਹਨੇ ਕਿਹਾ ਵੀ ਚਲੋ ਹੁਣ ਇੱਕ ਕੰਮ ਹੈ, ਕਤਲ ਤੇ ਕਰਨਾ ਹੀ ਹੈ। ਤੇ ਉੱਚਾ ਸਾਰਾ ਹਥਿਆਰ ਲਹਿਰਾ ਕੇ ਕਹਿਣ ਲੱਗਾ ਹੁਣੇ ਪਤਾ ਲੱਗ ਜਾਏਗਾ ਕੋਈ ਸਾਮਾ ਕਰਕੇ ਆਏ ਨੇ ਜਾਂ ਇਕੱਲੇ ਨੇ। ਜੇ ਤੇ ਕੁਝ ਹੋਇਆ ਤਾਂ ਫਿਰ ਡੈਫੀਨੇਟਲੀ ਅੱਗੋਂ ਮੇਰੀ ਹੁੰਕਾਰ ਜਾਂ ਮੇਰੀ ਲਲਕਾਰ ਦੇ ਉੱਤੇ ਮੈਨੂੰ ਜਵਾਬ ਦੇਣਗੇ, ਅਦਰਵਾਈਜ਼ ਭੱਜਣਗੇ। ਤੇ ਭੱਜਦਿਆਂ ਹੁਣ ਮੇਰੀ ਮਾਰ ਹੇਠ ਨੇ ਮੈਂ ਪਕੜ ਲਵਾਂਗਾ ਜਾਂ ਮਾਰ ਦਿਆਂਗਾ। ਹੁਣ ਉੱਚੀ ਸਾਰੀ ਆਪਣਾ ਉਹ ਜੋ ਉਹਦੇ ਕੋਈ ਸ਼ਾਰਪਨੇਜ ਵੈਪਨ ਹੈ ਉਹ ਤਹਤਰ ਕਰਕੇ ਕਹਿੰਦਾ ਹੁਣ ਤਗੜੇ ਹੋ ਜਾਓ, ਮੈਂ ਮਾਰਾਂਗਾ ਹੁਣ ਤੁਹਾਨੂੰ, ਮੈਂ ਖਾ ਜਾਵਾਂਗਾ ਤੁਹਾਨੂੰ। ਇਸ ਕਿਸਮ ਨਾਲ ਭੱਜਣ ਲੱਗਾ ਬਾਬਾ ਜੀ ਤੇ ਭਾਈ ਮਰਦਾਨਾ ਜੀ ਵਾਲੇ ਪਾਸੇ। ਬਾਬਾ ਜੀ ਨੇ ਆਵਾਜ਼ ਦੇ ਕੇ ਹੱਥ ਦੇ ਕੇ ਕਿਹਾ ਤੈਨੂੰ ਦੌੜਨ ਦੀ ਲੋੜ ਨਹੀਂ, ਅਸੀਂ ਤੇਰੇ ਕੋਲ ਹੀ ਆ ਰਹੇ ਹਾਂ, ਘਬਰਾ ਨਾ। ਤੁਹਾਨੂੰ ਦੇਖਿਆ ਘਬਰਾਏ ਵੀ ਨਹੀਂ, ਉਹ ਤੇ ਭੱਜੇ ਵੀ ਨਹੀਂ। ਹੁਣ ਕੌਡੇ ਦੇ ਪੈਰ ਰੁਕ ਗਏ, ਕਿਉਂਕਿ ਅੱਜ ਤੱਕ ਐਵੇਂ ਦਾ ਬਿਹੇਵੀਅਰ ਉਹਨੇ ਦੇਖਿਆ ਨਹੀਂ ਸੀ ਕਿਸੇ ਕੇ। ਹੁਣ ਤੇ ਲੋਕ ਡਰਦੇ ਸੀਗੇ, ਉਹ ਤੇ ਲੋਕ ਤਰਲੇ ਲੈਂਦੇ ਸੀਗੇ, ਛੱਡਦੇ ਸਾਨੂੰ ਬਖਸ਼ ਦੇ, ਅਸੀਂ ਤੇ ਬਸ ਦੁਬਾਰਾ ਇਸ ਰਾਹ ਤੇ ਨਹੀਂ ਆਉਂਦੇ, ਸਾਨੂੰ ਨਾ ਖਾਈ। ਇਹ ਤੇ ਦੂਜਾ ਕੰਮ ਹੋ ਰਿਹਾ। ਹੁਣ ਕੌਡਾ ਡਰ ਖੜ ਗਿਆ, ਪਹਿਲਾਂ ਖੜਿਆ ਤੇ ਫਿਰ ਥੋੜਾ ਡਰਿਆ ਵੀ, ਕੀ ਬਣੇਗਾ। ਇਹ ਲੱਗਦਾ ਮੇਰੇ ਤੋਂ ਤਗੜੇ ਨੇ, ਮੈਨੂੰ ਮਾਰ ਦੇਣਗੇ। ਖੈਰ ਉਹ ਥੋੜੀ ਦੇਰ ਖੜਾ ਰਿਹਾ, ਜੋ ਦੇਖਿਆ ਤਾਂ ਲਗਾਤਾਰ ਆ ਰਹੇ ਨੇ। ਫਿਰ ਹਥਿਆਰ ਉੱਪਰ ਲਹਿਰਾ ਕੇ ਕਹਿੰਦਾ ਮੈਂ ਕਿਹਾ ਤੁਹਾਨੂੰ ਮਾਰ ਦਿਆਂਗਾ, ਭੱਜ ਜਾਓ ਇੱਥੋਂ, ਦੌੜ ਜਾਓ। ਬਾਬਾ ਜੀ ਕਹਿੰਦੇ ਨਹੀਂ ਦੌੜਨ ਭੱਜਣ ਵਾਸਤੇ ਨਹੀਂ ਆਏ, ਤੇ ਨਾ ਤੂੰ ਭੱਜੀ, ਅਸੀਂ ਤੇਰੇ ਕੋਲ ਹੀ ਆ ਰਹੇ ਹਾਂ। ਜਦੋਂ ਇਹ ਗੱਲ ਕਹੀ ਤੇ ਹੁਣ ਤੇ ਉਹ ਕੌਡੇ ਲਈ ਹੋਰ ਵੀ ਮੁਸ਼ਕਿਲ ਹੋ ਗਈ ਵੀ ਉਹ ਹੋ ਹੁਣ ਤੇ ਮੇਰੇ ਲਈ ਤੇ ਮੁਸ਼ਕਿਲ ਹੈ, ਹੁਣ ਮੈਂ ਕਿਵੇਂ ਰੱਖਾਂਗਾ ਇੱਥੇ। ਇਹ ਤੇ ਮੈਨੂੰ ਡਰਾ ਰਹੇ, ਬਲਕਿ ਕਹਿ ਰਹੇ ਨੇ ਕਿ ਦੌੜੀ ਨਾ।
ਹੁਣ ਕੌਡੇ ਦੇ ਪੈਰ ਭੱਜਣ ਵਾਸਤੇ ਦੌੜਨ ਲੱਗੇ। ਭਾਈ ਮਰਦਾਨਾ ਜੀ ਨੂੰ ਬਾਬਾ ਨਾਨਕ ਕਹਿੰਦੇ, ਮਰਦਾਨੇ ਭੱਜ ਕੇ ਫੜ ਇਹਨੂੰ, ਇਹ ਭੱਜ ਨਾ ਜਾਏ, ਇਹਦਾ ਅਸੀਂ ਇਲਾਜ ਕਰਨਾ, ਇਹਦਾ ਅਸੀਂ ਟ੍ਰੀਟਮੈਂਟ ਕਰਨਾ ਹੈਗਾ। ਜਦੋਂ ਇਹ ਬਾਤ ਹੋਈ ਤੇ ਕੌਡਾ ਆਖਰਕਾਰ ਨੱਠਣ ਲੱਗਾ। ਜਾ ਕੇ ਬਾਬਾ ਜੀ ਨੇ ਫੜ ਲਿਆ, ਬਿਠਾ ਲਿਆ। ਉਹ ਬੜਾ ਹੈਰਾਨ ਹੋਇਆ, ਅੱਜ ਉਹਦੇ ਨਾਲ ਕਿਸੇ ਨੇ ਇੱਕ ਹਿਊਮਨ ਬਿਹੇਵੀਅਰ ਦੇ ਤੌਰ ਤੇ, ਉਸ ਤਰੀਕੇ ਨਾਲ ਮਨੁੱਖੀ ਵਿਹਾਰ ਦੇ ਤੌਰ ਤੇ ਕੋਈ ਉਹਨੂੰ ਪੇਸ਼ ਆਇਆ। ਇਹ ਚੀਜ਼ ਤੇ ਬੜੀ ਵੱਡੀ ਸੀ ਉਹਦੇ ਵਾਸਤੇ। ਉਸ ਤੋਂ ਅਗਲੇ ਲੈਵਲ ਤੇ ਜੋ 2-4 ਗੱਲਾਂ ਹੋਈਆਂ, ਕੌਡਾ ਹੱਥ ਬੰਨ ਕੇ ਕਹਿਣ ਲੱਗਾ, ਫਕੀਰ ਜੀ, ਗੁਰੂ ਨਾਨਕ ਸਾਹਿਬ, ਤੁਹਾਨੂੰ ਕੁਛ ਨਹੀਂ ਪਤਾ, ਮੈਂ ਬਹੁਤ ਮਾੜਾ ਆ, ਮੈਂ ਜ਼ਾਲਮ ਹਾਂ, ਮੈਂ ਬੰਦੇ ਮਾਰ ਕੇ ਖਾਨਾ ਵਾ, ਤੁਹਾਨੂੰ ਮੇਰੇ ਬਾਰੇ ਕੋਈ ਅਹਿਸਾਸ ਨਹੀਂ ਹੈਗਾ, ਇਸ ਕਰਕੇ ਤੁਸੀਂ ਰੱਬੀ ਲੋਕ ਹੋ, ਤੁਸੀਂ ਜਾਓ। ਬਾਬਾ ਜੀ ਕਹਿੰਦੇ, ਨਾ ਕੌਡਿਆ, ਤੇਰੇ ਅੰਦਰ ਇੱਕ ਇਨਸਾਨ ਬੈਠਾ ਹੈ, ਤੇਰੇ ਅੰਦਰ ਇੱਕ ਦੇਵਤਾ ਬੈਠਾ ਹੈ, ਤੇਰੇ ਅੰਦਰ ਤਰਸ ਬੈਠਾ ਹੈ, ਤੇਰੇ ਅੰਦਰ ਸਨੇਹ ਬੈਠਾ ਹੈ, ਤੇਰੇ ਅੰਦਰ ਮਨੁੱਖਤਾ ਬੈਠੀ ਹੈ, ਬਸ ਉਹਨੂੰ ਜਗਾਉਣਾ ਹੀ ਹੈ। ਕਹਿਣ ਲੱਗਾ, ਬਾਬਾ ਕਿੱਥੇ? ਬਾਬਾ ਜੀ ਕਹਿੰਦੇ, ਆਹ ਦੇਖ, ਅੱਜ ਵੇਖ, ਤੂੰ ਸਾਨੂੰ ਆਵਾਜ਼ ਦਿੱਤੀ ਏ ਮਾਰਨ ਤੋਂ ਪਹਿਲਾਂ, ਦਾ ਮਤਲਬ ਤੈਨੂੰ ਸਾਨੂੰ ਪਤਾ ਲੱਗਾ ਅਸੀਂ, ਤੂੰ ਤੇ ਅਸੀਂ ਬਰਾਬਰ ਆ, ਮਨੁੱਖ ਹਾਂ, ਤੂੰ ਇੰਨਾ ਮਾੜਾ ਬੰਦਾ ਨਹੀਂ ਹੈ। ਦੇਖ ਆਪਣੇ ਆਪ ਨੂੰ, ਜਿਸ ਬਿਰਤੀ ਨੇ ਤੇਰੇ ਉੱਤੇ ਕਬਜ਼ਾ ਕਰ ਲਿਆ, ਉਹ ਬਿਰਤੀ ਨੂੰ ਹਟਾ। ਉਹ ਬਿਰਤੀ ਤੂੰ ਨਹੀਂ ਗਾ, ਤੂੰ ਤੇ ਤੇਰੀ ਉਸ ਮਾੜੀ ਬਿਰਤੀ 'ਚ ਫਰਕ ਹੈ। ਇਹਨੂੰ ਕਿਹਾ ਗਿਆ ਨਾ, ਪਾਪ ਤੋਂ ਡਰੋ, ਪਾਪੀ ਤੋਂ ਨਹੀਂ। ਜੋ ਪਾਪੀ ਹੈ ਉਹ ਤਾਂ ਵਿਚਾਰਾ ਆਪ ਪਾਪ ਦੇ ਹੇਠ ਆ ਚੁੱਕਾ ਹੈ, ਉਹਨੂੰ ਕੱਢੋ ਉਹਦੇ ਵਿੱਚੋਂ, ਨਾ ਕਿ ਉਹਨੂੰ ਉਹਦੇ ਨਾਲ ਅੰਗੇਜ ਕਰਕੇ ਉਹ ਤੋਂ ਨਫ਼ਰਤ ਕਰਨੀ ਸ਼ੁਰੂ ਕਰ ਦਿਓ। ਪਾਪ ਤੋਂ ਨਫ਼ਰਤ ਕਰੋ, ਪਾਪੀ ਤੋਂ ਨਹੀਂ। ਇਹ ਰੂਪ ਜਿਹੜਾ ਆ, ਇਹ ਕੰਪੈਸ਼ਨ ਹੈ। ਐਕਚੁਅਲੀ when we talk about love, love is a fruit, but if we want to enjoy this fruit, we have to have the tree which produces this fruit. And what is that tree? That is compassion. ਤਰਸ, ਦਇਆ, ਦੂਜੇ ਦਾ ਦੁੱਖ ਵੇਖ ਕੇ ਆਪਣਾ ਅੰਦਰ ਦੁੱਖ ਦਾ ਅਹਿਸਾਸ ਹੋਣਾ, ਦੂਜੇ ਦੀ ਪੀੜਾ ਨੂੰ ਆਪਣੀ ਪੀੜਾ ਸਮਝਣਾ, ਦੂਜੇ ਨੂੰ ਆਪਣੇ ਬਰਾਬਰ ਸਮਝਣਾ, ਇਹ ਮਨੁੱਖਤਾ ਆ। ਸਿਮਰਨ ਕਰਦੇ ਹਾਂ, ਭਜਨ ਬੰਦਗੀ ਕਰਦੇ ਹਾਂ, ਸੇਵਾ ਕਰਦੇ ਹਾਂ, ਚੰਗੇਰੇ ਰਾਹ ਤੇ ਤੁਰਦੇ ਹਾਂ, ਸੰਗਤ ਕਰਦੇ ਹਾਂ, ਇਹ ਗੁਣ ਬੰਦੇ 'ਚ ਆ ਜਾਣ, ਤਾਂ ਜਾ ਕੇ ਬੰਦੇ ਨੂੰ ਆਪਣੇ ਅੰਦਰ ਦੇ ਪਏ ਹੋਏ ਖਜ਼ਾਨੇ ਦਾ ਅਹਿਸਾਸ ਹੁੰਦਾ ਆ। ਬਾਕੀ ਇਹ ਖਜ਼ਾਨਾ ਸਾਡੇ ਸਾਰਿਆਂ ਦੇ ਵਿੱਚ ਹੈ। ਮਨੁੱਖ ਜ਼ਹਿਨੀ ਤੌਰ ਤੇ ਜੇ ਬਿਮਾਰ ਨਾ ਹੋਏ ਤੇ ਇਹ ਆਪਣਾ ਵੀ ਭਲਾ ਕਰ ਸਕਦਾ, ਦੂਜਿਆਂ ਦਾ ਵੀ ਭਲਾ ਕਰ ਸਕਦਾ ਹੈ। ਬਿਮਾਰ ਬੰਦਾ ਆ, ਆਪਣਾ ਵੀ ਨੁਕਸਾਨ ਕਰ ਰਿਹਾ, ਦੂਜੇ ਦਾ ਵੀ ਕਰ ਰਿਹਾ। ਮਾਨਸਿਕ ਬਿਮਾਰ ਲੋਕ ਜਿਹੜੇ ਨੇ, ਤੁਸੀਂ ਦੇਖੋ ਜਦੋਂ ਬੰਦਾ ਮੈਂਟਲ ਹੈਲਥ ਵੀਕ ਹੁੰਦੀ ਜਾਂਦੀ ਹੈ, ਉਹ ਆਲੇ ਦੁਆਲੇ ਵਾਸਤੇ ਐਂਟੀ ਸੋਸ਼ਲ ਐਲੀਮੈਂਟ ਬਣ ਜਾਂਦਾ, ਉਹ ਵਾਇਲੈਂਟ ਹੋ ਜਾਂਦਾ ਹੈ। ਤੇ ਐਕਚੁਅਲੀ ਕੁਛ ਚੀਜ਼ਾਂ ਤੇ ਸੁਸਾਇਟੀ ਕਹਿੰਦੀ ਕਿ ਬਿਲਕੁਲ ਅਲਾਓ ਨਹੀਂ ਹੈਗੀਆਂ, ਤੇ ਇਸ ਕਰਕੇ ਚੱਲਾ ਉਸ ਤਰੀਕੇ ਪਕੜੀਆਂ ਜਾਂਦੀਆਂ ਨੇ। ਅਦਰਵਾਈਜ਼ ਬੰਦੇ ਦੀ ਮਨ ਦੀ ਦੁਨੀਆ ਦੇ ਵਿੱਚ, ਤੇ ਬੀਤੇ ਕੱਲ ਅਸੀਂ ਜੋ ਬਦੀ ਦੀ ਵਿਚਾਰ ਕਰ ਰਹੇ ਸੀ, ਉਸ ਐਕਚੁਅਲ ਲੈਵਲ ਤੇ ਉਹ ਸਾਰੀ ਬਦਰੀ, ਸਾਰੇ ਦੀ ਸਾਰੀ ਬਦੀ ਜਿਹੜੀ ਹੈ, ਉਹ ਸਾਨੂੰ ਸਾਡੇ ਅੰਦਰ ਨੂੰ ਓਵਰਲੈਪ ਕਰ ਗਈ, ਆਕੂਪਾਈ ਕਰ ਗਈ ਸਪੇਸ ਨੂੰ। ਉਹ ਖਜ਼ਾਨਾ ਅਸੀਂ ਖੋਲ ਹੀ ਨਹੀਂ ਪਾਏ। ਗੁਰੂ ਨਾਨਕ ਮਹਾਰਾਜ ਬਿਆਨ ਕਰਦੇ ਦੇ ਵਿੱਚ, ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ, ਉਹ ਬਿਲਕੁਲ ਉਸਨੇ ਟਿਕਾਇਆ ਹੋਇਆ ਉਸ ਕਰਤਾਰੀ ਹਸਤੀ ਨੇ। ਫਿਰ ਕਿਹਾ, ਖੋਟੇ ਖਰੇ ਪਰਖੀਆਂ ਸਾਹਿਬ ਕਹਿ ਦੀਵਾਨ, ਸਾਹਿਬ ਕਹਿ ਦੀਵਾਨ, ਦੀਵਾਨ ਕਹਿੰਦੇ ਨੇ ਕੋਰਟ ਨੂੰ, ਜਿੱਥੇ ਜਸਟਿਸ ਕੀਤਾ ਜਾਂਦਾ, ਜਿੱਥੇ ਨਿਆਂ ਕੀਤਾ ਜਾਂਦਾ ਹੈ। ਹੁਣ ਨਿਆਂ ਬੰਦਾ ਕਹਿੰਦਾ ਕਿੱਥੇ ਹੈ ਰੱਬ ਦੀ ਕਚਹਿਰੀ, ਕਿੱਥੇ ਰੱਬ ਦੀ ਕਚਹਿਰੀ ਲੱਗੇਗੀ। ਬਾਣੀ ਕਹਿ ਰਹੀ ਹੈ, ਆਪਾਂ ਸ਼ਲੋਕ ਪੜ੍ਹਦੇ ਹਾਂ, ਸ਼ਲੋਕ ਪਾਉਣ ਗੁਰੂ ਪਾਣੀ, ਪਿਤਾ ਮਾਤਾ ਤਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲ ਹੈ ਸਗਲ ਜਗਤ। ਇਹ ਸੰਸਾਰ ਦੀ ਖੇਡ ਵਿਖਾਈ ਗੁਰੂ ਨਾਨਕ ਸਾਹਿਬ ਨੇ। ਕਿਆ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਤੂੰ ਦੇਖ, ਚੰਗਿਆਈ ਤੇ ਬੁਰਿਆਈ ਵਾਚੀ ਜਾਂਦੀ ਹੈ, ਭਾਵ ਓਬਜ਼ਰਵ ਕੀਤੀ ਜਾਂਦੀ ਹੈ ਧਰਮ ਦੀ ਹਜ਼ੂਰੀ ਦੇ ਵਿੱਚ, ਧਰਮ ਦੀ ਕਸਵੱਟੀ ਦੇ ਉੱਤੇ। ਸਾਡੇ ਅੰਦਰ ਦੀ ਦੁਨੀਆ, ਕੌਨਸ਼ੀਅਸ ਸਾਈਡ ਤੋਂ ਅਸੀਂ ਦੇਖੀਏ, ਜੇ ਮੈਂ ਉਹਨੇ ਕੌਡੇ ਦੀ ਬਾਤ ਕੀਤੀ, ਬਾਬਾ ਜੀ ਨੇ ਜ਼ਰੂਰ ਪੁੱਛਿਆ ਹੋਣਾ ਹੈ, ਕੌਡਿਆ
तेरी थां ते कोई होर शख्स खड़ा हो या मैं खड़ा हाँ तो तू इस राह के उत्ते आ रहा है, तेनों कोई मार के खांदा है, किवें महसूस होएगा? दर्द होएगा। तेरे बच्चे घर उड़ीक रहे होण, वो की महसूस करनगे? रोणगे बैठ के। हुण आ जिहड़ी चीज़ आ एक्चुअल लैवल ते कॉन्शियस बंदे दी अवेयर होए, जाग जाए। जदों बंदा अवेयर हो जाता है, तुसीं आम कर देखिया होए कदे ਜਿਹੜੇ लोग किसी ਨੂੰ मारदे, कतल करदे, नशा पींदे, बहुत सारा कॉन्शियस ਨੂੰ ਸਵਾ ਦਿੰਦੇ, ਜਿਹਨੂੰ ਕਿਹਾ ਗਿਆ ਜੇ ਬੰਦੇ ਦੇ ਅੰਦਰ ਇਹੋ ਜਿਹੀ ਮਦ ਆ ਜਾਏ ਕਿ ਉਹਨੂੰ ਜੱਜ ਕਰਨ ਦੇ ਵਿੱਚ ਪ੍ਰੋਬਲਮ ਆਏ ਕਿਸੇ ਚੀਜ਼ ਨੂੰ, ਉਹਦੀ ਇੰਪੇਅਰਡ ਜਜਮੈਂਟ ਹੋ ਜਾਏ, ਤੇ ਹੋਏਗਾ ਕਿ ਉਹ ਬੰਦਾ ਸਹੀ ਸਟੇਟ ਆਫ ਮਾਈਂਡ 'ਚ ਨਹੀਂ ਹੈਗਾ, ਉਹਦਾ ਕੀਤਾ ਹੋਇਆ ਫੈਸਲਾ ਵੀ ਠੀਕ ਨਹੀਂ ਹੋਏਗਾ। ਇਹਦਾ ਮਤਲਬ ਇਹ ਹੈ ਸਾਡੇ ਅੰਦਰ ਕੋਈ ਚੀਜ਼ ਵਾਚ ਕਰ ਰਹੀ ਹੈ ਸਾਨੂੰ, ਕੌਨਸ਼ੀਅਸ ਸਾਡੀ ਉਹ ਚੇਤਨਾ ਜਿਹੜੀ ਸਾਨੂੰ ਲਗਾਤਾਰ ਚੇਤਨ ਕਰਦੀ ਹੈ ਕੀ ਕਰਨਯੋਗ ਹੈ ਕੀ ਨਹੀਂ ਕਰਨਯੋਗ, ਜਿਹਦਾ ਐਕਟ ਵਿਵੇਕਤਾ ਹੈ। ਸਾਨੂੰ ਇਹ ਦੱਸਣਾ ਇਹ ਅਪਣਾਉਣਯੋਗ ਹੈ, ਇਹ ਨਹੀਂ ਅਪਣਾਉਣਯੋਗ, ਇਹ ਖਾਣਯੋਗ ਹੈ, ਨਹੀਂ ਖਾਣਯੋਗ, ਇਸ ਰਾਹ ਤੇ ਤੁਰਨਾ, ਇਸ ਰਾਹ ਤੇ ਨਹੀਂ ਤੁਰਨਾ। ਇਹ ਰੂਪ ਜਿਹੜਾ ਆ ਗੁਰੂ ਬਾਬਾ ਜੀ ਬਿਆਨ ਕਰਦੇ ਐਕਚੁਅਲ ਲੈਵਲ ਤੇ ਕੋਰਟ ਤੇ ਲੱਗੀ ਹੋਈ ਹੈ ਅੰਦਰ ਲਗਾਤਾਰ। ਕਈ ਵਾਰ ਉਸ ਕੋਰਟ ਦੇ ਹੋ ਰਹੇ ਫੈਸਲੇ ਅਸੀਂ ਸੁਣਨਾ ਹੀ ਨਹੀਂ ਚਾਹੁੰਦੇ। ਆਪ ਦੇਖੋਗੇ ਨਾ, ਜੇ ਆਪਾਂ ਉਸ ਖਿੱਤੇ ਦੀ ਬਾਤ ਕਰੀਏ ਜਿੱਥੇ ਬ੍ਰਿਟਿਸ਼ ਰੂਲਰਸ ਆਏ, ਉਹਨਾਂ ਨੇ ਕੁਝ ਸਮਾਂ ਉੱਥੇ ਰੂਲ ਕੀਤਾ ਤੇ ਜਿਨ੍ਹਾਂ ਨੇ ਕਿਹਾ ਕਿ ਰੂਲ ਆਫ ਲਾਅ ਇਹਦੇ ਅੰਦਰ ਚੀਜ਼ਾਂ ਨੂੰ ਲਿਆਂਦਾ ਗਿਆ। ਤੇ ਰੂਲ ਆਫ ਲਾਅ ਭਾਵੇਂ ਉਹਦੇ 'ਚ ਕੁਝ ਲੂਪ ਹੋਲ ਸੀਗੇ, ਕੁਝ ਕਮੀਆਂ ਸੀਗੀਆਂ, ਨੋ ਡਾਊਟ, ਬਟ ਫਿਰ ਵੀ ਇੱਕ ਵੱਡੇ ਲੈਵਲ 'ਤੇ ਉਹਨਾਂ ਨੇ ਕੁਝ ਨਾ ਕੁਝ ਜਸਟਿਸ ਪ੍ਰੋਵਾਈਡ ਕਰਨ ਦੀ ਟਰਾਈ ਕੀਤੀ, ਕੁਝ ਨਾ ਕੁਝ ਲਾਅ ਦੀ ਸਹੀ ਇੰਪਲੀਮੈਂਟੇਸ਼ਨ ਕਰਾਉਣ ਦੀ ਟਰਾਈ ਕੀਤੀ, ਸੋਸਾਇਟੀ ਦੇ ਐਸੇ ਸਟਰਕਚਰ ਨੂੰ ਬਿਲਡ ਕੀਤਾ। ਜੇ ਅੱਜ ਲੋਕ ਡਾਕਟਰ ਅੰਬੇਡਕਰ ਨੂੰ ਯਾਦ ਕਰਦੇ ਨੇ ਤੇ ਡਾਕਟਰ ਅੰਬੇਡਕਰ ਉਸੇ ਕਲੋਨੀਅਲ ਪੀਰੀਅਡ ਦੀ ਦੇਣ ਆ ਜਿਹਦੇ 'ਚ ਬ੍ਰਿਟਿਸ਼ ਰੂਲ ਸੀਗਾ। ਜੋ ਚੀਜ਼ ਨਾ ਹੁੰਦੀ ਡਾਕਟਰ ਅੰਬੇਡਕਰ ਨਾ ਹੁੰਦੇ, ਮਾਫੀ ਚਾਹਾਂਗਾ ਮੈਂ, ਕਿਉਂਕਿ ਇਹ ਚੀਜ਼ਾਂ ਸਾਨੂੰ ਸਾਹਮਣੇ ਬਿਲਕੁਲ ਸਾਫ਼ ਗੋਈ ਨਾਲ ਵੇਖਣੀਆਂ ਪੈਣਗੀਆਂ। ਉਸ ਕੈਲੀਬਰ ਨੂੰ ਉਸ ਕਿਸਮ ਦਾ ਮੌਕਾ ਪ੍ਰੋਵਾਈਡ ਕਰਨਾ, ਰਿਸੋਰਸਿਸ ਪ੍ਰੋਵਾਈਡ ਕਰਨੇ, ਤਾਂ ਹੀ ਤਾਂ ਚੀਜ਼ ਹੋ ਸਕੇ। ਜਦੋਂ ਗੋਰਾ ਮਹਾਰਾਜਾ ਰਣਜੀਤ ਸਿੰਘ ਨੂੰ ਦੇਖਦਾ ਆ ਤੇ ਉੱਥੇ ਕਿਹੜੀ ਚੀਜ਼ ਹੈ? ਸਭ ਤੋਂ ਵੱਡੀ ਚੀਜ਼ ਹੈ ਉੱਥੇ ਨਿਆਂ, ਜਸਟਿਸ। ਇਤਨਾ ਜ਼ਬਰਦਸਤ ਤਰੀਕੇ ਦੇ ਨਾਲ ਹੈ ਕਿ ਅਨਜਸਟਿਸ ਹੋਣ ਵਾਲੀ ਸਿਚੁਏਸ਼ਨ ਹੀ ਕੋਈ ਜਨਰੇਟ ਨਹੀਂ ਕਰ ਰਹੀ। ਚੋਰੀ ਚਕਾਰੀ, ਧੋਖਾ, ਫਰੇਬ, ਇਹ ਸਭ ਚੀਜ਼ਾਂ ਮੋਸਟਲੀ ਜਿਹੜੀਆਂ ਜਿੱਥੋਂ ਪੈਦਾ ਹੁੰਦੀਆਂ ਨੇ, ਉਹੀ ਗੁਰਬਤ, ਲੋਕਾਂ ਦੀ ਗੁਰਬਤ ਦੂਰ ਕੀਤੀ ਜਾਏ, ਲੋਕਾਂ ਦੀ ਜ਼ਾਹਲੀਅਤ ਜਿਹਨੂੰ ਅਸੀਂ ਅਨਪੜ੍ਹਤਾ, ਇਲਿਟਰੇਸ਼ਨ ਕਹਿੰਦੇ ਆ, ਉਹ ਦੂਰ ਕੀਤੀ ਜਾਏ। ਲੋਕਾਂ ਦੇ ਵਿੱਚ ਜਿਹੜਾ ਦਰਿਦਰਤਾ ਦਾ ਪੱਖ ਹੈ ਇਹਨੂੰ ਘਟਾਇਆ ਜਾਏ, ਉਦਮੀ ਬਣਾਇਆ ਜਾਏ, ਵਿਜ਼ਨ ਦਿੱਤਾ ਜਾਏ ਸਮਾਜ ਨੂੰ ਇੰਪਾਵਰਮੈਂਟ ਕੀਤੀ ਜਾਏ। ਇਹ ਸਾਰੀਆਂ ਚੀਜ਼ਾਂ ਮਹਾਰਾਜਾ ਰਣਜੀਤ ਸਿੰਘ ਨੇ ਕੀਤੀਆਂ। ਦਰਬਾਰੇ ਖਾਲਸਾ ਨੇ ਇਸ ਸਾਰੇ ਨੂੰ ਪੂਰੀ ਤਰ੍ਹਾਂ ਸਥਾਪਿਤ ਕੀਤਾ। ਇਸ ਕਰਕੇ ਅੰਗਰੇਜ਼ ਲਈ ਬੜਾ ਹਾਰਡ ਸੀਗਾ ਕਿ ਇਸ ਖਿੱਤੇ 'ਚ ਕਿਵੇਂ ਜਾਇਆ ਜਾਏ। ਜਦੋਂ ਗਿਆ ਉਹ ਰੂਲ ਆਫ ਲਾਅ ਲੈ ਕੇ ਗਿਆ, ਪੂਰਾ ਸਿਸਟਮ ਲੈ ਕੇ ਗਿਆ, ਉੱਥੇ ਪੂਰੀ ਐਫਰਟ ਪਾਈ। ਤੇ ਜਿਹੜੀ ਕਮਿਊਨਿਟੀ ਜਿਹਦੇ ਕਰਕੇ ਉਹ ਆ ਨਹੀਂ ਸੀ ਪਾ ਰਿਹਾ, ਉਸ ਕਮਿਊਨਿਟੀ ਨੂੰ ਸਭ ਤੋਂ ਪਹਿਲਾਂ ਆਪਣੇ ਨਾਲ ਉਹਨੇ ਐਸੋਸੀਏਟ ਕੀਤਾ। ਪੰਜਾਬ ਰੈਜੀਮੈਂਟ ਬਣਾ ਕੇ, ਸਿੱਖ ਰੈਜੀਮੈਂਟਸ ਬਣਾ ਕੇ, ਸਭ ਚੀਜ਼ਾਂ ਕੀਤੀਆਂ। ਇਹ ਸਭ ਚੀਜ਼ਾਂ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਜਦੋਂ ਅੰਦਰ ਦੇ ਕੋਰਟ ਦੀ ਗੱਲ ਆਏਗੀ, ਜਿਹਨੂੰ ਅੰਦਰ ਦਾ ਕੋਰਟ ਦਿਸ ਰਿਹਾ ਹੈ, ਉਹ ਬਾਹਰ ਦੇ ਕੋਰਟ ਵੀ ਸਥਾਪਿਤ ਕਰ ਸਕੇਗਾ ਜਾਂ ਬਾਹਰ ਦੇ ਕੋਰਟ ਨੂੰ ਓਬੇ ਕਰ ਸਕੇਗਾ। ਜਿਹਦੇ ਅੰਦਰ ਦਾ ਜ਼ਮੀਰ ਮਰ ਗਿਆ ਹੈ, ਉਹ ਬਾਹਰ ਦੇ ਕੋਰਟ ਨੂੰ ਵੀ ਚੀਟ ਕਰੇਗਾ। ਪਰ ਐਂਡ ਆਫ ਦਾ ਡੇ ਕਿੱਥੋਂ ਤੱਕ ਚੀਟ ਕਰੋਗੇ? ਜਿਹੜੀ ਅੰਦਰ ਦੀ ਕੌਨਸ਼ੀਅਸ ਹੈ ਉਹ ਦਬਾਇਆ ਦਬੇਗੀ ਨਹੀਂ, ਇੱਕ ਦਿਨ ਬਾਹਰ ਆ ਜਾਏਗੀ। ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਵਿੱਚ ਬਿਆਨ ਕਰਦੇ ਨੇ, ਬਾਬਾ ਜੀ ਦਾ ਬਚਨ ਕਹਿਣ ਲੱਗੇ, ਗੱਲ ਇਹ ਹੈ ਖੋਟੇ ਖਰੇ ਪਰਖੀਆਂ, ਕੀ ਖੋਟਾ ਹੈ ਤੇ ਕੀ ਖਰਾ ਹੈ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ,
ਧਰਮ ਦੀ ਤਕੜੀ ਲਾ ਕੇ ਦੇਖਿਆ ਜਾਏਗਾ। ਸਾਡੀ ਕੌਂਸ਼ੀਅਸ ਨੂੰ ਤੋਲੇਗੀ ਸਵੇਰ ਤੋਂ ਸ਼ਾਮ ਤੱਕ। ਅੱਜ ਮੈਂਟਲ ਹੈਲਥ ਦੇ ਵਿੱਚ ਥੈਰੇਪੀਸ ਦੇ ਵਿੱਚ ਇਹ ਗੱਲ ਕੀਤੀ ਜਾ ਰਹੀ ਹੈ। ਸਾਡੇ ਕੋਲ ਇੱਕ ਜਿਹੜੀ ਥੈਰੇਪੀ ਅੱਜ ਬਹੁਤ ਵੱਡੇ ਲੈਵਲ 'ਤੇ ਲੋਕੀ ਫੋਲੋ ਕਰਦੇ ਨੇ, ਸਿਸਟੈਮਿਕ ਅਪਰੋਚ, ਉਹਦੇ ਅੰਦਰ ਇਹ ਗੱਲ ਕਹੀ ਜਾਂਦੀ ਹੈ ਕਿ ਸ਼ਾਮ ਨੂੰ ਜੋ ਤੁਸੀਂ ਆਓ ਆਪਣੇ ਘਰਾਂ ਵਿੱਚ ਵਾਪਸ ਕੰਮਾਂ ਕਾਰਾਂ ਤੋਂ, ਅਤੇ ਘਰ ਆ ਕੇ ਖਾਸ ਕਰਕੇ ਡਿਨਰ ਟੇਬਲ 'ਤੇ ਜਾਂ ਫੈਮਿਲੀ ਸੈਟਿੰਗ ਵਿੱਚ ਬੈਠੋ, ਸਾਰੇ ਇੱਕ ਦੂਜੇ ਨਾਲ ਆਪਣਾ ਦਿਨ ਸ਼ੇਅਰ ਕਰੋ ਕਿਵੇਂ ਰਿਹਾ। ਉੱਥੇ ਫਿਰ ਸ਼ੇਅਰਿੰਗ ਕਰਦਿਆਂ ਹੋਇਆਂ ਆਪੋ ਆਪਣੀ ਸਟੋਰੀਜ਼ ਨੂੰ, ਆਪੋ ਆਪਣੀਆਂ ਗੱਲਾਂ ਨੂੰ ਇਹ ਦੱਸਿਆ ਜਾਏ ਅੱਜ ਕੀ ਕਮਾਇਆ ਹੈ ਅਤੇ ਕੀ ਗਵਾਇਆ ਹੈ। ਅੱਜ ਦੀ ਕਮਾਈ ਕੀ ਹੈ? ਕਮਾਈ ਇਟਸ ਨੋਟ ਜਸਟ ਹਾਰਡ ਕੋਰਸ ਅਰਨਿੰਗ, ਜਿਹੜਾ ਰੋਕੜ ਹੈ ਜਿੱਡਾ ਵੱਡਾ ਚੈੱਕ ਬਣ ਗਿਆ ਸਭ ਕੁਝ ਇਸ ਤਰੀਕੇ ਨਾਲ, ਉਹਦੀ ਗੱਲ ਹੋਏ ਠੀਕ ਹੈ। ਪਰ ਜਿੱਥੇ ਜਿਹੜੀ ਕਮਾਈ ਦੀ ਗੱਲ ਕੀਤੀ ਜਾ ਰਹੀ ਹੈ ਕਿ ਅੱਜ ਕਿਹੜਾ ਐਸਾ ਬਿਹੇਵੀਅਰ ਐਕਟ ਕੀਤਾ ਆ ਜਿਹੜਾ ਮੇਰੇ ਕਿਸੇ ਵਾਸਤੇ ਭਲੇ ਲਈ ਹੋਇਆ ਹੈ, ਮੈਂ ਜਿਹਦੇ 'ਚ ਡਾਇਰੈਕਟਲੀ ਮੈਂ ਆਪਣੇ ਜਿਹੜਾ ਸੈਲਫਿਸ਼ ਮੇਰਾ ਕੋਈ ਇੰਟਰਸਟ ਸੀਗਾ ਉਸ ਨੂੰ ਫੁਲਫਿਲ ਨਹੀਂ ਕੀਤਾ। ਮੈਂ ਉਸ ਤੋਂ ਉੱਪਰ ਉੱਠ ਕੇ ਕਿਸੇ ਦੀ ਮਦਦ ਕੀਤੀ ਹੈ, ਕਿਸੇ ਦੀ ਹੈਲਪ ਕੀਤੀ ਹੈ। ਇਹ ਜਿਹੜੀ ਚੀਜ਼ ਆ ਇਹ ਕੀ ਹੈ? ਉਹ ਬਦਰਾ ਮਾਲ ਕਾ ਉਹ ਕਮਾਇਆ ਜਾ ਰਿਹਾ ਤੇ ਧਰਮ ਦੀ ਹਜ਼ੂਰੀ ਵਿੱਚ ਬੈਠ ਕੇ ਉਹਨੂੰ ਤੋਲਿਆ ਜਾ ਰਿਹਾ। ਸੈਲਫ ਕੌਨਫੀਡੈਂਸ ਉਸ ਲੈਵਲ 'ਤੇ ਵੱਧ ਰਿਹਾ ਹੈ। ਬੰਦੇ ਦੇ ਅੰਦਰ ਆਪਣੀ ਹੋਣੀ ਦੇ ਪ੍ਰਤੀ ਇੱਕ ਮਾਣ, ਇੱਕ ਸਵੈਮਾਨ ਆ ਰਿਹਾ ਹੈ। ਮੈਂ ਕੁਝ ਕਰ ਪਾ ਰਿਹਾ ਵਾਂ, ਮੈਂ ਕੁਝ ਚੰਗਾ ਦੇ ਪਾ ਰਿਹਾ ਵਾਂ। ਇਹਦੇ ਨਾਲ ਇਹੀ ਮੁਕਤੀ ਹੈ। ਕੋਈ ਮੁਕਤੀ ਉਹ ਬੈਰਾਗੀਆਂ ਜੋਗੀਆਂ ਵਾਲੀ ਨਹੀਂ ਹੈ। ਤੁਸੀਂ ਕੰਦਰਾਂ 'ਚ ਜਾ ਕੇ ਬੈਠ ਗਏ, ਤੁਸੀਂ ਮਹਿਲਾ ਖਾ ਲਿਆ, ਤੁਸੀਂ ਜਿਹੜਾ ਹੈਗਾ ਕੱਪੜਿਆਂ ਦਾ ਤਿਆਗ ਕਰ ਦਿੱਤਾ। ਤੁਸੀਂ ਇਹ ਤਾਂ ਜਸਟ ਗੁਰੂ ਸਾਹਿਬ ਨੇ ਬਿਆਨ ਕੀਤਾ ਕਿ ਇਹ ਤਾਂ ਜਿਹੜਾ ਹੈਗਾ ਹਕੀਕਤ ਇਹ ਹੈ, ਪੱਗੂ ਪੇ ਤਾਣਾ ਆਪਣਾ ਕੀਆ ਕਮਾਣਾ, ਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪੱਤ ਗਵਾਈ। ਇਹ ਤਾਂ ਪੱਤ ਗਵਾਉਣ ਦੇ ਨਿਆਈ ਆ। ਇਹਦੀ ਤਾਂ ਬੰਦੇ ਜੀ ਸਮਾਜ ਵਿੱਚ ਹੀ ਕੋਈ ਇੱਜ਼ਤ ਨਾ ਰਹੀ, ਜਿਉਂਦਿਆਂ ਇੱਜ਼ਤ ਨਹੀਂ, ਮਰਨ ਤੋਂ ਬਾਅਦ ਕੀ ਹੋਏਗਾ, ਕਿੱਥੇ ਜਾਏਗਾ। ਇਹ ਤੇ ਬੰਦੇ ਦੀ ਹੋਣੀ ਪਸ਼ੂ ਤੋਂ ਬੱਤਰ ਹੋ ਗਈ। ਇੱਥੇ ਮਹਾਰਾਜ ਬਿਆਨ ਕਰਦੇ ਕਿ ਭਾਈ ਖੋਟੇ ਖਰੇ ਪਰਖੀਆਂ, ਖੋਟੇ ਤੇ ਖਰੇ ਦੀ ਪਰਖ ਹੋ ਗਈ। ਇਹ ਖੋਟੇ ਤੇ ਖਰੇ ਪਰਖਣ ਜਿਹੜਾ ਜੀਵਨ ਦਾ ਸਮਾਂ ਜਿੱਥੇ ਲਗਾਇਆ ਆ, ਉਹਦੇ ਵਿੱਚੋਂ ਕੁਝ ਸਮਾਂ ਮੋਤੀਆਂ ਵਰਗਾ, ਹੀਰਿਆਂ ਵਰਗਾ, ਜਵਾਹਰਾਤਾਂ ਵਰਗਾ ਬੇਸ਼ਕੀਮਤੀ ਉਹ ਸਾਡੀ ਯਾਦਾਂ ਦੀ ਪਾਕਟ ਦੇ ਪਟਾਰੇ 'ਚ ਪੈ ਗਿਆ। ਉਹ ਸਾਡੇ ਉਸ ਮਾਲ ਦੇ ਵਿੱਚ, ਉਸ ਸੰਸਕਾਰਾਂ 'ਚ ਇਜ਼ਾਫਾ ਕਰਨ ਵਿੱਚ ਮਦਦਗਾਰ ਹੋ ਗਿਆ। ਅੱਖਾਂ ਬੰਦ ਕਰਕੇ ਆਪਣੇ ਆਪ ਨੂੰ ਜਦੋਂ ਉਸ ਤਰੀਕੇ ਨਾਲ ਰਿਵਾਈਂਡ ਕਰਕੇ ਰੀਵਿਜ਼ਿਟ ਕੀਤਾ ਆਪਣੇ ਉਸ ਸਾਰੇ ਦੇ ਵਿੱਚ, ਅੰਦਰ ਮਹਿਸੂਸ ਹੋਇਆ। ਤੇ ਮਹਿਸੂਸੀਅਤ ਦੇ ਵਿੱਚ ਜੇ ਗੁਰਮਤ ਦਾ ਆਸ਼ਾ ਹੈ ਤੇ ਫਿਰ ਸਭ ਕੁਝ ਚੰਗਾ ਕਰਦਿਆਂ ਹੋਇਆਂ ਜਿਹੜਾ ਸਾਰਾ ਕ੍ਰੈਡਿਟ ਦੇਣਾ ਆ, ਉਹ ਦੇਣਾ ਆ ਦਾਤਾ ਤੂੰ ਬੇਅੰਤ ਆ, ਤੂੰ ਕਰਨ ਵਾਲਾ ਆ, ਮੈਂ ਕੌਣ ਆ। ਮੁਝ ਵਰਗੇ ਤੇ ਪਤਾ ਨਹੀਂ ਕਿੰਨੇ ਤੁਰੇ ਫਿਰਦੇ ਨੇ। ਤੂੰ ਹੀ ਹੈ ਕਰੇ ਕਰਾਏ ਆਪੇ ਆਪ। ਮਾਨਸ ਤੇ ਕੁਝ ਵੀ ਹੱਥ ਨਹੀਂ ਹੈਗਾ, ਤੂੰ ਹੀ ਕਰਾ ਰਿਹਾ, ਤੇਰੀ ਦਾਤ ਹੈ ਸਾਰੀ। ਮੈਂ ਚੰਗਿਆਈਆਂ ਜੇ ਅਪਣਾ ਪਾ ਰਿਹਾ, ਬੁਰਾਈਆਂ ਨੂੰ ਜੇ ਰੋਕ ਪਾ ਰਿਹਾ, ਦਾਤਾ ਤਰਸ ਹੈ ਤੇਰਾ। ਇਹਨੂੰ ਸਾਹਿਬ ਨੇ ਕਿਹਾ ਸੀਗਾ ਕਿ ਪਰਮੇਸ਼ਰ ਦਿੱਤਾ ਬੰਨਾ, ਤੂੰ ਬੰਨ ਦਿੱਤਾ। ਅਦਰਵਾਈਜ਼ ਇਹ ਸ਼ਾਇਦ ਇਹ ਇਹੋ ਜਿਹੇ ਵਿਚਾਰ, ਇਹੋ ਜਿਹੇ ਖਿਆਲ ਮੇਰੇ ਅੰਦਰ ਨਾ ਟਿਕਦੇ, ਮੈਂ ਇਹਨਾਂ ਤੇ ਅਮਲ ਨਾ ਕਰ ਪਾਉਂਦਾ, ਮੇਰੇ 'ਚ ਇੱਛਾ ਸ਼ਕਤੀ ਪੈਦਾ ਨਾ ਹੁੰਦੀ। ਇਸ ਕਰਕੇ ਹੇ ਦਾਤਾ ਤੂੰ ਬੇਅੰਤ ਹੈ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਹੁਣ ਆਨੰਦ ਕਰੇ ਨਰ ਨਾਰੀ। ਹੁਣ ਮੇਰੀਆਂ ਇਹ ਇੰਦਰੇ ਜਿਹੜੇ ਨੇ ਇਹ ਆਨੰਦ ਵਿੱਚ ਨੇ। ਇਹ ਕਿਸੇ ਖਾਸ ਰਸ ਨੂੰ ਇੱਧਰ ਉੱਧਰ ਲੱਭਦੇ ਹੋਏ ਭਟਕ ਨਹੀਂ ਰਹੇ, ਬਲਕਿ ਸਮਾਧੀ ਆਸੀਨ ਹੋ ਜਾਂਦੇ ਨੇ। ਇਹਨਾਂ 'ਚ ਇੱਕ ਜਿਹਨੂੰ ਕਹਿ ਲਵੋ ਕਿ ਕੰਟੈਂਟਮੈਂਟ, ਇੱਕ ਸੈਟਿਸਫੈਕਸ਼ਨ, ਉਸ ਰੰਗ ਨੂੰ ਮਾਨਣ ਦੀ ਜਾਚ ਆ ਗਈ, ਉਸ ਚੀਜ਼ ਦੀ ਪ੍ਰਾਪਤੀ ਹੋ ਗਈ ਹੈ। ਸੋ ਗੁਰੂ ਬਾਬਾ ਜੀ ਉਹਦੀ ਬਾਤ ਕਰਦਿਆਂ ਹੋਏ ਕਹਿਣ ਲੱਗੇ, ਖੋਟੇ ਖਰੇ ਪਰਖੀਆਂ ਸਾਹਿਬ ਕਿਆ ਦੀਵਾਨ। ਇਹ ਸਾਹਿਬ ਦਾ ਦੀਵਾਨ, ਸਾਹਿਬੀ ਜਿਹੜੀ ਅੰਦਰ ਉਸ ਰੂਪ ਵਿੱਚ ਪਰਖਣ ਸਮਝਣ ਦੀ ਜਾਚ ਆ ਗਈ। ਅਗਲਾ ਬਚਨ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰੇ ਦੀ ਸ਼ੁਰੂਆਤ ਕੱਲ ਨੂੰ ਕਰਾਂਗੇ। ਅੱਜ ਲਈ ਸਮਾਂ ਸਮਾਪਤ ਹੈ। ਭੁੱਲਾਂ ਗਲਤੀਆਂ ਲਈ ਮਾਫੀ ਚਾਹਾਂਗਾ ਤੁਹਾਡੇ ਤੋਂ। ਕਿਰਸਾਨੀ ਨਾਲ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਉਹਨਾਂ ਦੀ ਸਫਲਤਾ ਹੋਏ, ਚੜ੍ਹਦੀ ਕਲਾ ਹੋਏ, ਇਹ ਦਿਲੀ ਅਰਦਾਸ ਹੈ। ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਵੀ ਨਮਨ ਹੈ। ਇਹ ਘੱਲੂਘਾਰਾ ਸਿੱਖ
ਤਵਾਰੀਖ ਦੇ ਵਿੱਚ ਬੜਾ ਲੇਟੈਸਟ, ਬੜਾ ਰੀਸੈਂਟ ਹੋਇਆ ਹੈ, ਸਾਡੀ ਯਾਦ ਦਾ ਹਿੱਸਾ ਹੈ। ਸਾਡੇ ਵਾਸਤੇ ਸਿੱਖਣ ਲਈ ਬਹੁਤ ਕੁਛ ਹੈ। ਨਾਲ ਦੀ ਨਾਲ ਪੂਰੀ ਦੁਨੀਆ ਤੇ ਸਮਾਜ ਵਾਸਤੇ ਵੀ ਇਹ ਸਿੱਖਿਆ ਹੈ ਭਾਈ, ਘੱਟ ਗਿਣਤੀਆਂ ਤੇ ਜ਼ੁਲਮ ਇਹ ਵਕਤੀ ਤੌਰ ਤੇ ਹਕੂਮਤਾਂ ਚਰਵਾਣੀਆਂ ਬਣ ਕੇ ਕਰ ਜਾਂਦੀਆਂ ਨੇ, ਪਰ ਆਖਿਰਕਾਰ ਇਹ ਚੀਜ਼ਾਂ ਫਿਰ ਲਗਾਤਾਰ ਜਦੋਂ ਤੱਕ ਸੂਰਜ ਚੰਦ ਰਹੇਗਾ, ਲੋਕ ਉਸ ਸੁਸਾਇਟੀ ਨੂੰ ਤੇ ਉਸੋਂ ਦੇ ਨਿਜ਼ਾਮ ਨੂੰ ਲਾਹਣਤਾਂ ਪਾਉਣਗੇ। ਉਹਨਾਂ ਦੇ ਮੱਥੇ ਤੇ ਕਾਲਖ ਲੱਗੀ ਰਹੇਗੀ ਕਿ ਉਹਨਾਂ ਨੇ ਇਸ ਤਰੀਕੇ ਦੇ ਨਾਲ ਆਪਣੇ ਹੀ ਲੋਕਾਂ ਦੇ ਉੱਤੇ ਟੈਂਕ ਤੋਪਾਂ ਚੜਾ ਕੇ ਉਹਨੂੰ ਕਤਲ ਕੀਤਾ। ਇਹ ਵੀ ਇੱਕ ਤਵਾਰੀਖ ਦਾ ਰੰਗ ਬਣਿਆ ਹੋਇਆ ਹੈ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।